ਜਦੋਂ ਕਿਸੇ ਦੀ ਦੂਜੀ ਵਾਰ ਵੀ ਕੁੜੀ ਜਨਮ ਲੈਂਦੀ ਆ ਤਾਂ ਉਦੋਂ ਤਾਂ ਲੋਕੀ ਉਹਨਾਂ ਦੇ ਘਰੇ ਆਏ ਆਉਂਦੇ ਨੇ ਵੀ ਜਿਵੇਂ ਕਿਸੇ ਦੇ ਘਰੇ ਆਪਾਂ ਅਫਸੋਸ ਤੇ ਜਾਂਦੇ ਆ। ਕਹਿੰਦੇ ਲੋਕ ਮੈਨੂੰ ਆ ਕੇ ਕਹਿੰਦੇ ਸੀਗੇ ਵੀ ਤੁਸੀਂ ਇੰਨੇ ਪੜ੍ਹੇ ਲਿਖੇ ਹੋ, ਤੁਹਾਨੂੰ ਅਕਲ ਨਹੀਂ ਹੈਗੀ। ਕਹਿੰਦੇ ਮੈਂ ਕਿਹਾ ਵੀ ਪੜ੍ਹੇ ਲਿਖੇ ਹੋਣੇ ਅਕਲ ਹੋਣ ਦਾ ਕੁੜੀ ਨਾਲ ਕੀ ਸੰਬੰਧ ਆ। ਵੀ ਸਾਨੂੰ ਵੀ ਬੜਾ ਅਫਸੋਸ ਆ ਹਨਾ ਵੀ ਤੁਹਾਡੇ ਪਹਿਲਾਂ ਵੀ ਮੁੰਡਾ ਸੀ ਹੁਣ ਫੇਰ ਮੁੰਡਾ ਹੋ ਗਿਆ। ਉਹ ਕਹਿੰਦੇ ਵੀ ਮੁੰਡੇ ਦਾ ਕਾਹਦਾ ਅਫਸੋਸ, ਜੇ ਤਾਂ ਮਤਲਬ ਵੀ ਮੁੰਡਾ ਤਾਂ ਚੰਗੀ ਚੀਜ਼ ਆ, ਜੇ ਕੁੜੀ ਆ ਤਾਂ ਮਾੜੀ ਚੀਜ਼ ਆ। ਜੇ ਹੁਣ ਆਪਾਂ ਕਿਸੇ ਦਾ ਬੱਚਾ ਦੇਖਣ ਜਾਂਦੇ ਆਪਾਂ ਨੂੰ ਪਤਾ ਲੱਗ ਜੂਗਾ ਵੀ ਉਹਦੇ ਮੁੰਡਾ ਹੋਇਆ, ਆਪਾਂ ਕਹਿੰਦੇ ਆ ਮੁੰਡਾ ਹੋਇਆ ਇੰਨਾ ਸ਼ਗਨ ਤਾਂ ਬਣਦਾ ਹੈ। ਜਦੋਂ ਕਿਸੇ ਤੇ ਕੁੜੀ ਲੋਕ ਕਹਿੰਦੇ ਨਹੀਂ ਕੁੜੀ ਹੋਈ ਆ ਚਲੋ ਉਹਨੂੰ ਤਾਂ ਇੰਨਾ ਵੀ ਠੀਕ ਆ। ਮੈਂ ਕਿਹਾ ਵੀ ਇਹ ਮੇਰਾ ਬੱਚਾ ਹੈ ਤੇ ਮੇਰੀ ਬੇਟੀ ਆ, ਇਹ ਚੀਜ਼ ਨਹੀਂ ਹੈਗੀ ਹਨਾ। ਮੈਨੂੰ ਬਹੁਤ ਦੁੱਖ ਹੋਇਆ। ਕਹਿੰਦੇ ਲੈ ਅੱਜ ਕੱਲ ਤਾਂ ਲੋਕ ਮਤਲਬ ਅਬੋਰਸ਼ਨ ਕਰਵਾ ਲੈਂਦੇ ਨੇ, ਤੁਸੀਂ ਅਬੋਰਸ਼ਨ ਕਿਉਂ ਨਹੀਂ ਕਰਵਾਇਆ। ਵੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਗਰੇਵਾਲ ਸਵਾਗਤ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਹੈ ਠੀਕ ਠਾਕ ਹੋਵੋਗੇ। ਪ੍ਰੋਗਰਾਮ ਗੱਲ ਤੇ ਗੱਲ ਦੇ ਨਵੇਂ ਐਪੀਸੋਡ ਦੇ ਵਿੱਚ ਵੀ ਤੁਹਾਡਾ ਬਹੁਤ ਸਵਾਗਤ ਹੈ। ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਭੈਣ ਰੁਪਿੰਦਰ ਸੰਧੂ ਨੇ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਗੁਰਦੀਪ, ਕੀ ਹਾਲ ਆ? ਬਹੁਤ ਵਧੀਆ, ਤੁਸੀਂ ਕਿਵੇਂ ਹੋ? ਵਧੀਆ ਠੀਕ ਠਾਕ, ਤੁਸੀਂ ਸੁਣਾਓ? ਬਹੁਤ ਵਧੀਆ। ਅੱਜ ਨਾ ਆਪਾਂ ਪ੍ਰੋਗਰਾਮ 'ਚ ਜਿਹੜਾ ਸਭ ਤੋਂ ਵੱਡਾ ਵਹਿਮ ਟੀਵੀ ਚੈਨਲਾਂ ਲਈ ਹੁੰਦਾ ਆ ਨਾ, ਉਹ ਕੱਢਣਾ ਵੀ ਜਿਹੜੇ ਉਹ ਕੱਪ ਕੁੱਪ ਜੋ ਉਹਨਾਂ ਨੇ ਮੂਹਰੇ ਧਰੇ ਹੁੰਦੇ ਨੇ ਅਸਲ ਦੇ ਵਿੱਚ ਉਹ ਖਾਲੀ ਹੁੰਦੇ ਨੇ। ਨਹੀਂ ਵੈਸੇ ਮਿਲੇ ਤਾਂ ਆਪਾਂ ਨੂੰ ਭਰੇ ਹੋਏ ਸੀਗੇ, ਪਰ ਮੈਂ ਚਾਹ ਪੀ ਲਈ ਤਾਂ ਮੈਨੂੰ ਲੱਗਦਾ ਵੀ ਤੁਸੀਂ ਫਿਰ ਮੇਰੀ ਰੀਸ 'ਚ ਹੀ ਪੀ ਲਈ। ਪਲਾਨ ਇਹ ਸੀਗਾ ਵੀ ਆਪਾਂ ਪ੍ਰੋਗਰਾਮ ਦੌਰਾਨ ਚਾਹ ਪੀਵਾਂਗੇ ਹਨਾ, ਪਰ ਤੁਸੀਂ ਪਹਿਲਾਂ ਹੀ। ਮੇਰੇ ਤੋਂ ਨਾ ਅਸਲ 'ਚ ਗੁਰਦੀਪ ਦੋ ਕੰਮ ਹੁੰਦੇ ਨਹੀਂ ਇਕੱਠੇ। ਮੈਨੂੰ ਹੁੰਦਾ ਵੀ ਪਹਿਲਾਂ ਨਿਪਟਾ ਲਈਏ। ਨਹੀਂ ਤੋਂ ਨਾ ਠੰਡੀ ਚਾਹ ਨਹੀਂ ਪੀ ਹੁੰਦੀ। ਠੰਡੀ ਚਾਹ ਨਹੀਂ ਪੀਂਦੀ ਬਿਲਕੁਲ। ਭੈਣੇ ਜਿਵੇਂ ਚਲੋ ਹਾਸੇ ਦੀਆਂ ਗੱਲਾਂ ਸੀਗੀਆਂ, ਜਿਵੇਂ ਨਾ ਆਪਾਂ ਅੱਜ ਕੱਲ੍ਹ ਕਹਿ ਦਿੰਦੇ ਆ ਵੀ ਨਹੀਂ ਅੱਜ ਕੱਲ੍ਹ ਕੁੜੀਆਂ ਮੁੰਡਿਆਂ 'ਚ ਤਾਂ ਕੋਈ ਫਰਕ ਨਹੀਂ, ਕੁੜੀਆਂ ਮੁੰਡੇ ਸਭ ਬਰਾਬਰੀ ਨੇ। ਬਹੁਤ ਜ਼ਿਆਦਾ ਬਦਲਾਅ ਆ ਵੀ ਗਿਆ ਕਿਉਂਕਿ ਕੁੜੀਆਂ ਦੀਆਂ ਲੋਹੜੀਆਂ ਮਨਾਈਆਂ ਜਾਣ ਲੱਗ ਗਈਆਂ ਨੇ ਹਨਾ। ਜਾਂ ਫਿਰ ਕੁੜੀਆਂ ਜਦੋਂ ਕੋਈ ਕੁੜੀ ਹੁੰਦੀ ਆ, ਕਿਸੇ ਦੇ ਬੱਚਾ ਹੁੰਦਾ ਹਨਾ, ਤਾਂ ਉਹਦਾ ਵੈਲਕਮ ਘਰੇ ਕੀਤਾ ਜਾਂਦਾ ਆ। ਅੱਜ ਕੱਲ੍ਹ ਤਾਂ ਇਹ ਵੀ ਹੋ ਗਿਆ, ਜਿਵੇਂ ਸਾਡੇ ਪਿੰਡਾਂ 'ਚ ਬਹੁਤ ਜ਼ਿਆਦਾ ਰਿਵਾਜ ਹੁਣ ਇਹ ਆ ਗਿਆ ਵੀ ਜਦੋਂ ਕੁੜੀ ਦਾ ਵੀ ਜਨਮ ਹੁੰਦਾ ਤਾਂ ਸਿਹਰੇ ਟੰਗੇ ਜਾਂਦੇ ਨੇ ਹਨਾ, ਸਿਹਰੇ ਬੰਨੇ ਜਾਂਦੇ ਨੇਗੇ। ਤੇ ਪਰ ਫਿਰ ਵੀ ਹਲੇ ਬਹੁਤ ਸਾਰੇ ਪਰਿਵਾਰ ਜਾਂ ਬਹੁਤ ਸਾਰੇ ਘਰ ਜਾਂ ਬਹੁਤ ਸਾਰੇ ਕੁਛ ਏਰੀਆ ਆਪਣੇ ਇੱਦਾਂ ਦੇ ਨੇ ਜਿੱਥੇ ਕੁੜੀ ਦੇ ਜਨਮ ਨੂੰ ਇੱਕ ਸੋਗ ਦੀ ਤਰ੍ਹਾਂ ਹੀ ਦੇਖਿਆ ਜਾਂਦਾ ਹੈ ਨਾ। ਕਈ ਵਾਰੀ ਬਹੁਤ ਪੜ੍ਹੇ ਲਿਖੇ ਪਰਿਵਾਰਾਂ ਦੇ ਵਿੱਚੋਂ ਵੀ ਜਦੋਂ ਕੁੜੀ ਦਾ ਜਨਮ ਹੁੰਦਾ ਹੈ ਨਾ, ਉਵੇਂ ਦਾ ਰਿਐਕਸ਼ਨ ਆਉਂਦਾ। ਇਹ ਜਦੋਂ ਪਹਿਲਾ ਬੱਚਾ ਹੁੰਦਾ, ਜਦੋਂ ਉਦੋਂ ਕੁੜੀ ਦਾ ਜਨਮ ਹੁੰਦਾ ਸ਼ਾਇਦ ਉਦੋਂ ਘੱਟ ਹੁੰਦਾ ਹੈ ਨਾ, ਪਰ ਜਦੋਂ ਕਿਸੇ ਦੀ ਦੂਜੀ ਵਾਰ ਵੀ ਕੁੜੀ ਜਨਮ ਲੈਂਦੀ ਆ ਤਾਂ ਉਦੋਂ ਤਾਂ ਲੋਕੀ ਉਹਨਾਂ ਦੇ ਘਰੇ ਆਏ ਆਉਂਦੇ ਨੇ ਵੀ ਜਿਵੇਂ ਕਿਸੇ ਦੇ ਘਰੇ ਆਪਾਂ ਅਫਸੋਸ ਤੇ ਜਾਂਦੇ ਆ ਹਨਾ। ਤੇ ਕੋਈ ਇਹ ਵੀ ਨਹੀਂ ਕਹਿੰਦਾ ਹੈਗਾ ਵੀ ਚਲੋ ਤੁਹਾਨੂੰ ਦਾਦੀ ਨਾਨੀ ਬਣੇ ਦੀਆਂ ਵਧਾਈਆਂ ਹੋਣ ਹਨਾ, ਵੀ ਚਲੋ ਠੀਕ ਆ, ਪਰ ਅਗਲਾ ਉਹ ਵੀ ਵਧਾਈਆਂ ਨਹੀਂ ਦਿੰਦਾ ਹੈਗਾ। ਅਗਲਾ ਕਹਿੰਦਾ ਚੱਲ ਕੋਈ ਨਾ ਗਾਂ ਨੂੰ ਹਨਾ, ਰੱਬ ਚਲੋ ਸੁਣ ਲੈਂਦਾ ਤਾਂ ਵਧੀਆ ਹੁੰਦਾ। ਜਾਂ ਜੇ ਦੂਜੀ ਵਾਰ ਜਦੋਂ ਕੁੜੀ ਹੁੰਦੀ ਆ ਹਨਾ ਕਿਸੇ ਦੇ, ਤਾਂ ਅਗਲਾ ਕਹਿੰਦਾ ਵੀ ਚੱਲ ਜੀ ਆ ਜਾਂਦਾ ਤਾਂ ਭੈਣ ਭਾਈਆਂ ਦੀ ਜੋੜੀ ਬਣ ਜਾਂਦੀ ਹੈ ਜੇ ਕੁੜੀ ਜੀ ਨਹੀਂ ਹੁੰਦੀ ਹੈ ਨਾ। ਤੇ ਇਹ ਮੈਨੂੰ ਲੱਗਦਾ ਕਿ ਬਹੁਤ ਸਾਰੇ ਪਰਿਵਾਰ ਇੱਦਾਂ ਦੇ ਨੇਗੇ ਜਾਂ ਬਹੁਤ ਸਾਰੇ ਜਿਹੜੇ ਕਪਲਸ ਨੇਗੇ, ਉਹਨਾਂ ਦੇ ਜਦੋਂ ਸੈਕਿੰਡ ਟਾਈਮ ਵੀ ਬੇਟੀ ਹੁੰਦੀ ਆ ਜਾਂ ਫਸਟ ਟਾਈਮ ਹੁੰਦੀ ਹੈ, ਖਾਸ ਤੌਰ 'ਤੇ ਅਸੀਂ ਗੱਲ ਕਰਾਂਗੇ ਜਦੋਂ ਦੂਜੀ ਵਾਰ ਵੀ ਉਹਨਾਂ ਦੇ ਕੁੜੀ ਜਨਮ ਲੈਂਦੀ ਆ, ਤਾਂ ਉਹਨਾਂ ਨੂੰ ਇੱਦਾਂ ਦੇ ਬਹੁਤ ਸਾਰੇ ਰਿਐਕਸ਼ਨਸ ਮਿਲਦੇ ਨੇਗੇ ਵੀ ਲੋਕੀ ਉਹਨਾਂ ਨੂੰ ਹਮਦਰਦੀ ਜਤਾਉਂਦੇ ਨੇ, ਭਾਵੇਂ ਉਹ ਜੋੜਾ ਆਪਦੇ ਆਪ 'ਚ ਬਹੁਤ ਸੰਤੁਸ਼ਟ ਹੋਵੇ ਵੀ ਅਸੀਂ ਹੁਣ 2 ਬੱਚਿਆਂ ਦੇ ਮਾਂ-ਬਾਪ ਬਣ ਗਏ ਆ ਹਨਾ। ਬਹੁਤ ਸਾਰੀਆਂ ਐਗਜ਼ਾਮਪਲਸ ਇੱਦਾਂ ਦੀਆਂ ਸਾਹਮਣੇ ਆਈਆਂ ਨੇਗੀਆਂ। ਤਾਂ ਤੁਸੀਂ ਕੀ ਕਹੋਗੇ? ਤੁਸੀਂ ਕਿਉਂਕਿ ਆਪਾਂ ਦੇਖਦੇ ਹੀ ਰਹਿੰਦੇ ਆ ਹਨਾ ਸਮਾਜ ਦੇ ਵਿੱਚ। ਬਿਲਕੁਲ ਗੁਰਦੀਪ, ਮੈਨੂੰ ਲੱਗਦਾ ਵੀ 2 ਕੁੜੀਆਂ ਹੋਣੀਆਂ ਤਾਂ ਬਹੁਤ ਦੂਰ ਦੀ ਗੱਲ ਆ। ਹੁਣ ਤਾਂ ਲੋਕ ਮਤਲਬ ਹੁਣ ਨਹੀਂ, ਆਪਾਂ ਉਸ ਜ਼ਮਾਨੇ 'ਚੋਂ ਲੰਘ ਕੇ ਆਏ ਹਾਂ ਜਿੱਥੇ ਜਦੋਂ ਪਹਿਲੀ ਕੁੜੀ ਹੋ ਜਾਣੀ ਮਤਲਬ ਇਹ ਲੋਕ ਕਹਿ ਦਿੰਦੇ ਸੀ ਵੀ ਲੈ ਇਹ ਤਾਂ ਹੁਣ ਔਰਤ ਆ ਜਿਹੜੀ ਜਾਂ ਇਹ ਜਨਾਨੀ ਇਹ ਤਾਂ ਕੁੜੀਆਂ ਜੰਮੂਗੀ ਅੱਗੇ ਹੈ ਨਾ। ਲੋਕੀ ਕਹਿ ਦਿੰਦੇ ਸੀ ਵੀ ਜੇ ਕਿਸੇ ਦੇ ਪਹਿਲਾਂ ਕੁੜੀ ਹੋ ਜਾਣੀ ਤਾਂ ਲੋਕਾਂ ਨੂੰ ਇਹ ਫਿਕਰ ਪੈ ਜਾਂਦਾ ਸੀਗਾ ਵੀ ਹਾਏ ਉਦੋਂ ਤੋਂ ਹੀ ਵੀ ਹੁਣ ਅਗਲੀ ਵਾਰੀ ਮੁੰਡਾ ਹੋ ਜਾਏ ਨਾ। ਪਿੰਡਾਂ 'ਚ ਨਾ ਇੱਕ ਕਹਾਵਤ ਜੀ ਬੋਲਦੇ ਹੁੰਦੇ ਸੀ ਅੱਗੇ ਵੀ ਜਦੋਂ ਕਿਸੇ ਦੇ ਕੁੜੀ ਹੋਣੀ ਤਾਂ ਲੋਕਾਂ ਨੇ ਕਿਸੇ ਦੇ ਘਰੇ ਜਾਣਾ ਤੇ ਫਿਰ ਧਰਵਾਸਾ ਦੇਣਾ ਵੀ ਕੋਈ ਗੱਲ ਨਹੀਂ ਸਬਰ ਰੱਖੋ, ਪਰਮਾਤਮਾ ਨੂੰ ਅਰਦਾਸ ਕਰੋ, ਜੇ ਮਤਲਬ ਹਨੇਰੀ ਆਈ ਆ ਤਾਂ ਮੀਂਹ ਵੀ ਆਊਗਾ ਹੈ ਨਾ, ਇਹ ਗੱਲ ਬੋਲਦੇ ਹੁੰਦੇ ਸੀ। ਪਰ ਹੁਣ ਜਿਹੜੀ ਗੱਲ ਆ ਵੀ 2 ਕੁੜੀਆਂ ਹੋ ਜਾਣੀਆਂ, ਮੈਂ ਕਹਿੰਦੀ ਹਾਂ 2 ਕੁੜੀਆਂ ਤਾਂ ਲੋਕਾਂ ਨੂੰ ਐਂ ਲੱਗਦਾ ਹੁੰਦਾ ਵੀ ਜਿਵੇਂ ਪਹਾੜ
ਸਾਡੇ ਘਰ ਤੇ ਡਿੱਗ ਗਿਆ ਹੋਵੇ ਹਨਾ। ਮੇਰੀ ਇੱਕ ਫਰੈਂਡ ਆ, ਉਹਨਾਂ ਦੇ ਪਹਿਲਾਂ ਬੇਟੀ ਸੀਗੀ ਮਤਲਬ 6-7 ਸਾਲ ਦੀ, ਤਾਂ ਜਦੋਂ ਉਹਨਾਂ ਨੇ ਦੂਜਾ ਬੱਚਾ ਕੀਤਾ ਉਹ ਕਹਿੰਦੇ ਵੀ ਮੈਨੂੰ ਸਾਡੇ ਰਿਸ਼ਤੇਦਾਰ, ਪੜ੍ਹੇ ਲਿਖੇ ਰਿਸ਼ਤੇਦਾਰ ਹਨਾ, ਉਹ ਦੋਨੋਂ ਗਵਰਨਮੈਂਟ ਜੌਬ ਕਰਦੇ ਨੇ, ਚੰਗੀ ਪੈਲੀ ਆ ਉਹਨਾਂ ਕੋਲੇ, ਚੰਗਾ ਪੈਸਾ ਵੀ, ਉਹ ਆਪਣੇ 2 ਬੱਚੇ ਵਧੀਆ ਪਾਲ ਸਕਦੇ ਨੇ, ਚਾਹੇ ਉਹ ਕੁੜੀ ਹੋਵੇ ਚਾਹੇ ਮੁੰਡਾ। ਕਹਿੰਦੇ ਲੋਕ ਮੈਨੂੰ ਆ ਕੇ ਕਹਿੰਦੇ ਸੀਗੇ ਵੀ ਤੁਸੀਂ ਇੰਨੇ ਪੜ੍ਹੇ ਲਿਖੇ ਹੋ, ਤੁਹਾਨੂੰ ਅਕਲ ਨਹੀਂ ਹੈਗੀ। ਕਹਿੰਦੇ ਮੈਂ ਕਿਹਾ ਵੀ ਪੜ੍ਹੇ ਲਿਖੇ ਹੋਣੇ, ਅਕਲ ਹੋਣ ਦਾ ਕੁੜੀ ਨਾਲ ਕੀ ਸੰਬੰਧ ਆ। ਕਹਿੰਦੇ ਲੈ ਅੱਜ ਕੱਲ ਤਾਂ ਲੋਕ ਮਤਲਬ ਅਬੋਰਸ਼ਨ ਕਰਵਾ ਲੈਂਦੇ ਨੇ, ਤੁਸੀਂ ਅਬੋਰਸ਼ਨ ਕਿਉਂ ਨਹੀਂ ਕਰਵਾਇਆ, ਜੈਂਡਰ ਡਿਟਰਮੀਨੇਸ਼ਨ ਟੈਸਟ ਕਰਾਉਂਦੇ। ਬਿਲਕੁਲ, ਵੀ ਇੱਕ ਪਾਸੇ ਤਾਂ ਅਸੀਂ ਉਹੀ ਲੋਕ ਆ ਗੁਰਦੀਪ ਜਿਹੜੇ ਜਦੋਂ ਕੰਜਕਾਂ ਸਾਡੇ ਪਰਿਵਾਰਾਂ 'ਚ ਵੀ ਮਨਾਉਂਦੇ ਨੇ, ਕਿਸੇ ਇੱਕ ਧਰਮ ਦੀ ਰੀਤ ਨਹੀਂ ਹੈਗੀ ਵੀ ਲੋਕਾਂ ਦੀਆਂ ਕੁੜੀਆਂ ਲੱਭ ਲਿਆਉਂਦੇ ਆ ਅਸੀਂ ਹਨਾ। ਜਦੋਂ ਮੁੰਡਾ ਵਿਆਹਣਾ ਹੁੰਦਾ ਸਾਨੂੰ ਫਿਕਰ ਹੁੰਦਾ ਵੀ ਹਾਏ ਕਿਸੇ ਚੰਗੇ ਘਰ ਦੀ ਚੰਗੀ ਕੁੜੀ ਮਿਲ ਜੇ ਸਾਨੂੰ ਹਨਾ। ਤੇ ਉਹੀ ਅਸੀਂ ਲੋਕਾਂ ਜਿਹੜੇ ਕਿਸੇ ਦੂਜੇ ਦੇ ਘਰ 'ਚ ਧੀ ਹੋ ਜਾਣ ਤੇ ਉਹਨੂੰ 1000 ਨਸੀਹਤਾਂ ਦੇ ਕੇ ਆਉਂਦੇ ਆ ਵੀ ਤੂੰ ਐਂ ਕਰ ਲੈਂਦਾ, ਤੂੰ ਐਂ ਕਰ ਲੈਂਦਾ ਹਨਾ। ਫਿਰ ਦੂਜੀ ਗੱਲ ਜਿਹੜੀ ਤਾਂ ਹਲੇ ਦੂਰ ਦੀ ਗੱਲ ਆ, ਪਹਿਲੀ ਵਾਰ ਵੀ ਹੁਣ ਜੇ ਮੰਨ ਲਓ ਜਿਵੇਂ ਤੁਹਾਡੇ ਵੀ ਪਹਿਲਾਂ ਬੇਟੀ ਹੋਈ, ਮੇਰੀ ਵੀ ਬੇਟੀ ਹੋਈ ਹਨਾ, ਮਤਲਬ ਅੱਧੇ ਲੋਕ ਤਾਂ ਇਹ ਕਨਫਿਊਜ਼ ਹੋ ਜਾਂਦੇ ਨੇ ਵੀ ਹੁਣ ਫੋਨ ਕਰਕੇ ਵਧਾਈਆਂ ਦੇਣੀਆਂ ਨੇ ਕਿ ਨਹੀਂ ਦੇਣੀਆਂ। ਜਿਨ੍ਹਾਂ ਨੂੰ ਅਸੀਂ ਫੋਨ ਕਰਕੇ ਦੱਸਦੇ ਸੀ ਨਾ ਚਾਅ ਨਾਲ ਵੀ ਹਾਂਜੀ ਬੇਬੀ ਆ ਗਿਆ ਹਨਾ ਤੇ ਬੇਟੀ ਹੋਈ ਆ, ਮੈਂ ਕਹਿੰਦੀ ਆ ਸਾਡੇ ਅੱਧੇ ਰਿਸ਼ਤੇਦਾਰਾਂ ਨੇ ਸਾਨੂੰ ਵਧਾਈਆਂ ਨਹੀਂ ਦਿੱਤੀਆਂ ਹੈਗੀਆਂ। ਪਤਾ ਕੀ ਕਹਿੰਦੇ ਸੀ, ਚੱਲ ਕੋਈ ਨਾ ਦਿਲ ਨਾ ਹੌਲਾ ਕਰਿਓ, ਕਈ ਕੁੜੀਆਂ ਨੂੰ ਵੀ ਤਰਸਦੇ ਨੇ। ਤੇ ਸਾਨੂੰ ਬੜਾ ਉਹ ਲੱਗਦਾ ਹੁੰਦਾ ਸੀ ਵੀ ਅਸੀਂ ਤਾਂ ਚਾਅ ਨਾਲ ਫੋਨ ਕਰਕੇ ਦੱਸ ਰਹੇ ਆ ਹਨਾ ਵੀ ਬੱਚਾ ਹੋ ਗਿਆ ਤੇ ਬੇਟੀ ਆਈ ਆ ਹਨਾ, ਤੇ ਅੱਗੋਂ ਅਗਲਾ ਸਾਨੂੰ ਕਹਿੰਦਾ ਸੀ ਵੀ ਕੋਈ ਨਾ ਹੁਣ ਮਨ ਨਾ ਉਹ ਕਰਿਓ। ਬਿਲਕੁਲ ਸਹੀ ਗੱਲ, ਗਾਹਾਂ ਨੂੰ ਰੱਬ ਸੁਣ ਲੂਗਾ। ਆਪਾਂ ਭੈਣੇ ਮੈਨੂੰ ਲੱਗਦਾ ਹੁੰਦਾ ਵੀ ਅਸੀਂ ਬੈਠ ਕੇ ਨਾ ਪੁਰਾਣੇ ਲੋਕਾਂ ਨੂੰ ਨਿੰਦਦੇ ਰਹਿੰਦੇ ਆ ਵੀ ਉਦੋਂ ਆਏ ਹੁੰਦਾ ਸੀ, ਉਦੋਂ ਇਹ ਹੁੰਦਾ ਸੀਗਾ ਵੀ ਜਦੋਂ ਕਿਸੇ ਦੇ ਬੱਚਾ ਹੋਣ ਵਾਲਾ ਹੁੰਦਾ ਸੀ ਤਾਂ ਉਹ ਲੇਡੀ ਨੂੰ ਕਹਿੰਦੇ ਹੁੰਦੇ ਸੀ ਵੀ ਜੇ ਕਿਸੇ ਇੱਕ ਲੇਡੀ ਦੇ ਪਹਿਲਾਂ 2 ਜਾਂ 3 ਕੁੜੀਆਂ ਨੇ ਵੀ ਉਹਦੇ ਮੱਥੇ ਨਾ ਲੱਗੀ ਤੇਰੇ ਵੀ ਕੁੜੀ ਹੋ ਜਾਊ ਹਨਾ। ਪਰ ਮੈਨੂੰ ਲੱਗਦਾ ਬਦਲਿਆ ਤਾਂ ਕੁਛ ਨਹੀਂ ਹੈਗਾ, ਅੱਜ ਵੀ ਅਸੀਂ ਉਹੀ ਚੀਜ਼ਾਂ ਕਰ ਰਹੇ ਹਾਂ। ਚਲੋ ਠੀਕ ਆ, ਬਹੁਤ ਚੇਂਜ ਆ ਵੀ ਗਿਆ, ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਾਂ ਪੂਰੀ ਤਰ੍ਹਾਂ ਦੇ ਨਾਲ ਪਾਸਾ ਹੀ ਪਲਟ ਗਿਆ ਹਨਾ। ਜਿੱਦਾਂ ਹੁਣ ਇੱਕ ਇੰਟਰਵਿਊ ਦੇ ਵਿੱਚ ਆਪਣੇ ਫਿਲਮ ਡਾਇਰੈਕਟਰ ਨੇ ਜਗਦੀਪ ਸਿੱਧੂ ਹਨਾ, ਤਾਂ ਉਹਨਾਂ ਦੇ ਪਹਿਲਾਂ ਵੀ ਬੇਟੀ ਸੀਗੀ ਤੇ ਥੋੜੇ ਮਹੀਨੇ ਪਹਿਲਾਂ ਉਹਨਾਂ ਦੀ ਦੂਜੀ ਬੇਟੀ ਨੇ ਜਨਮ ਲਿਆ। ਤਾਂ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਬਹੁਤ ਭਾਵੁਕ ਹੋ ਕੇ ਗੱਲ ਸ਼ੇਅਰ ਕੀਤੀ ਆ ਵੀ ਸਾਡੇ ਬਹੁਤ ਸਾਰੇ ਸਾਡੇ ਆਪਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਚਾਅ ਨਹੀਂ ਸੀ ਹੋਇਆ ਹਨਾ, ਕਿਸੇ ਨੇ ਸਾਨੂੰ ਆ ਕੇ ਵਧਾਈਆਂ ਨਹੀਂ ਦਿੱਤੀਆਂ। ਪਰ ਕਹਿੰਦੇ ਉਹ ਟਾਈਮ ਮਾਂ ਤੇ ਜਾਂ ਪਿਓ ਤੇ ਕਿਉਂ ਜਿਹਾ ਰਹਿੰਦਾ ਹੋਊਗਾ ਵੀ ਜਦੋਂ ਮਾਂ ਹਸਪੀਟਲ ਦੇ ਵਿੱਚ ਪਈ ਆ, ਉਹਨੇ ਇੱਕ ਨਵੇਂ ਬੱਚੇ ਨੂੰ, ਤੁਹਾਡੇ ਘਰ ਦਾ ਇੱਕ ਨਵਾਂ ਮੈਂਬਰ ਲੈ ਕੇ ਆਈ ਆ ਉਹ, ਤੇ ਤੁਸੀਂ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰਦੇ ਹੈਗੇ ਹਨਾ। ਕੋਈ ਤੁਹਾਨੂੰ ਇਹ ਵੀ ਨਹੀਂ ਆ ਕੇ ਕਹਿੰਦਾ ਹੈ, ਪੁੱਛਦਾ ਕਿ ਤੁਸੀਂ ਠੀਕ ਹੋ ਜਾਂ ਨਹੀਂ ਠੀਕ ਹੋ, ਵੀ ਭਾਈ ਵਧਾਈਆਂ ਤੁਹਾਨੂੰ ਦੂਜੇ ਬੱਚੇ ਦੀਆਂ ਹਨਾ। ਤੇ ਉਹ ਕਹਿੰਦੇ ਸਾਡੇ ਲਈ ਬਹੁਤ ਜ਼ਿਆਦਾ ਇਹ ਦਿਲ ਤੋੜਨ ਵਾਲੀ ਗੱਲ ਸੀਗੀ ਵੀ ਸਾਡੇ ਪਰਿਵਾਰ ਦੇ ਮਤਲਬ ਸਾਡੇ ਪਰਿਵਾਰ 'ਚ ਕਹਿੰਦੇ ਮੇਰੇ ਤੋਂ ਸਿਵਾਏ, ਮੇਰੀ ਵਾਈਫ ਤੋਂ ਸਿਵਾਏ ਜਾਂ ਮੇਰੀ ਬੇਟੀ ਤੋਂ ਸਿਵਾਏ ਹੋਰ ਕੋਈ ਖੁਸ਼ ਨਹੀਂ ਸੀਗਾ ਜਦੋਂ ਮੇਰੀ ਦੂਜੀ ਬੱਚੀ ਨੇ ਜਨਮ ਲਿਆ ਹਨਾ। ਤਾਂ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਪੂਰੀ ਤਰ੍ਹਾਂ ਦੇ ਨਾਲ ਚੀਜ਼ਾਂ ਬਦਲੀਆਂ ਨਹੀਂ ਹੈਗੀਆਂ। ਪਰ ਜਦੋਂ ਮਾਂ-ਬਾਪ ਖੁਸ਼ ਨੇ ਵੀ ਉਹਨਾਂ ਦੇ ਦੂਜੀ ਵਾਰ ਵੀ ਜੇ ਮਤਲਬ ਬੇਟੀ ਨੇ ਜਨਮ ਲਿਆ ਤਾਂ ਉਹ ਖੁਸ਼ ਨੇਗੇ, ਤਾਂ ਮੈਨੂੰ ਹੁੰਦਾ ਵਾ ਵੀ ਬਾਕੀ ਸਾਰੇ ਜਾਣਿਆਂ ਨੂੰ ਕਿਉਂ ਇੰਨੀ ਜ਼ਿਆਦਾ ਪ੍ਰੋਬਲਮ ਹੁੰਦੀ ਆ ਹਨਾ, ਵੀ ਉਹ ਕਿਉਂ ਉਹਨਾਂ ਨੂੰ ਐ ਦਿਲਾਸੇ ਦੇ ਦੇਣ ਲੱਗ ਜਾਂਦੇ। ਬਿਲਕੁਲ ਗੁਰਦੀਪ, ਮੈਨੂੰ ਇਹ ਲੱਗਦਾ ਵੀ ਦੇਖੋ ਜਿਵੇਂ ਹੁਣ ਤੁਹਾਡੀ ਔਲਾਦ ਆ ਹਨਾ, ਤੁਹਾਡੀ ਔਲਾਦ ਨੇ ਕੱਲ ਨੂੰ ਤੁਹਾਨੂੰ ਸੰਭਾਲਣਾ ਹਨਾ, ਮੈਨੂੰ ਤਾਂ ਨਹੀਂ ਸੰਭਾਲਣਾ, ਮੇਰੀ ਔਲਾਦ ਨੇ ਮੈਨੂੰ ਸੰਭਾਲਣਾ। ਇੱਥੋਂ ਤੱਕ ਵੀ ਜੇ ਸਮਝ ਲਓ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਜੇ ਮਾਂ ਪਿਓ ਖੁਸ਼ ਨੇ ਹਨਾ, ਕਈ ਵਾਰੀ ਮਾਂ ਪਿਓ ਖੁਸ਼ ਹੁੰਦੇ ਨੇ, ਆਲੇ ਦੁਆਲੇ ਦਾ ਪ੍ਰੈਸ਼ਰ ਉਹਨਾਂ ਨੂੰ ਖੁਸ਼ ਨਹੀਂ ਹੋਣ ਦਿੰਦਾ ਹਨਾ। ਪਹਿਲਾਂ ਤਾਂ ਦਾਦਾ ਦਾਦੀ ਨੂੰ, ਚਲੋ ਹਰ ਇਨਸਾਨ ਨੂੰ ਹੁੰਦਾ ਵੀ ਮੇਰੀ ਪੀੜ੍ਹੀ ਅੱਗੇ ਚੱਲੇ ਹਨਾ, ਪੀੜ੍ਹੀ ਅੱਗੇ ਚੱਲਣੀ ਇਕੱਲੀ ਮੁੰਡੇ ਨਾਲ ਤਾਂ ਨਹੀਂ ਚੱਲ ਸਕਦੀ, ਉਹ ਤਾਂ ਕੁੜੀਆਂ ਨਾਲ ਵੀ ਚੱਲ ਸਕਦੀ ਹੈ ਨਾ। ਤੁਸੀਂ ਕਹਿ ਸਕਦੇ ਹੋ ਵੀ ਆਹ ਫਲਾਣੇ ਦੀਆਂ ਪੋਤੀਆਂ ਨੇ ਹਨਾ, ਇਹ ਫਲਾਣੇ ਦੀਆਂ ਧੀਆਂ ਨੇ, ਉਹਨਾਂ ਨੂੰ ਫਿਕਰ ਹੋ ਜਾਂਦਾ ਵੀ ਹਾਏ ਕਿਤੇ ਸਾਡੇ ਮੁੰਡੇ ਦੇ ਮਤਲਬ ਦੂਜੀ ਵੀ ਕੁੜੀ ਨਾ ਹੋ ਜਾਏ। ਚਲੋ ਪਹਿਲੀ ਤਾਂ ਕਈ ਐਕਸੈਪਟ ਕਰ ਲੈਂਦੇ ਆ, ਫਿਰ ਦੂਜੀ ਨਾ ਹੋ ਜਾਏ ਨਾ। ਹੁਣ ਤੁਸੀਂ ਦੇਖੋ ਵੀ ਦਾਦਾ ਦਾਦੀ ਨੇ ਪੋਤੇ ਪੋਤਰੀਆਂ ਤੋਂ ਕੀ ਰੋਟੀ ਲੈ ਕੇ ਖਾਣੀ ਆ? ਨਹੀਂ ਨਾ ਖਾਣੀ। ਅਸੀਂ ਉਹਨਾਂ ਦੀ ਔਲਾਦਾਂ, ਅਸੀਂ ਉਹਨਾਂ ਨੂੰ ਸੰਭਾਲ ਰਹੇ ਹਾਂ, ਸਾਨੂੰ ਤੀਜੀ ਪੀੜ੍ਹੀ ਤੱਕ ਦਾ ਵੀ ਫਿਕਰ ਆ ਹਨਾ, ਆਂਢ ਗੁਆਂਢ ਨੂੰ ਫਿਕਰ ਹੋ ਜਾਂਦਾ ਕਈ ਵਾਰ। ਫਿਰ ਉਹੋ ਜਿਹੇ ਪ੍ਰੈਸ਼ਰ 'ਚ ਵੀ ਬੰਦਾ ਇਹ ਸੋਚਣ ਲੱਗ ਜਾਂਦਾ ਜਿਵੇਂ ਕਿਤੇ ਨਾ ਕਿਤੇ ਆਪਾਂ ਵੀ ਕਿਸੇ ਘੜੀ ਸੋਚਿਆ ਹੋਊਗਾ ਵੀ ਹਾਏ ਜਦੋਂ ਮੇਰੇ ਪਹਿਲੀ ਕੁੜੀ ਹੋਈ ਆ ਵੀ ਜਿਹੋ ਜਿਹੀਆਂ ਗੱਲਾਂ ਮੈਨੂੰ ਆਲੇ ਦੁਆਲੇ ਸੁਣਨ ਨੂੰ ਮਿਲ ਰਹੀਆਂ ਮੇਰੇ ਦੂਜੀ ਨਾ ਹੋ ਜਾਵੇ ਹਨਾ। ਬਿਲਕੁਲ ਅਸੀਂ ਉਸ ਪ੍ਰੈਸ਼ਰ ਨੂੰ ਮਹਿਸੂਸ ਕਰਦੇ ਹਾਂ। ਜਿਵੇਂ ਤੁਸੀਂ ਕਹਿੰਦੇ ਵੀ ਮਾਂ ਜਿਹੜੀ ਜਿਹਨੇ ਬੱਚੇ ਨੂੰ ਜਨਮ ਦਿੱਤਾ, ਹੁਣ ਤੁਸੀਂ ਦੇਖੋ ਮਾਂ ਨੂੰ ਇੱਕੋ ਜਿੰਨੀ ਪੀੜ ਹੁੰਦੀ ਆ, ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਹਨਾ, ਉਹਦੇ ਲਈ ਉਹਦੀ ਔਲਾਦ ਹੁੰਦੀ ਆ। ਲੋਕੀ ਕਹਿਣ ਲੱਗ ਜਾਂਦੇ ਵੀ ਨਹੀਂ ਜੀ ਬੱਚਾ ਜਿਹੜਾ ਮਰਜ਼ੀ ਹੋਵੇ, ਤੰਦਰੁਸਤ ਹੋਵੇ, ਪਰ ਅੰਦਰੋਂ ਤਾਂ ਅਗਲੇ ਦਾ ਨਾ ਤੁਸੀਂ
ਢਿੱਡ ਫਾੜ ਕੇ ਦੇਖ ਨਹੀਂ ਸਕਦੇ ਹੁੰਦੇ ਵੀ ਅੰਦਰੋਂ ਤਾਨੇ ਦੇਣ ਨੂੰ ਤਿਆਰ ਹੀ ਬੈਠਾ ਹੁੰਦਾ ਸਾਨੂੰ, ਹਨਾ। ਫਿਰ ਬਹੁਤ ਸਾਰੇ ਲੋਕ ਇਸ ਪ੍ਰੈਸ਼ਰ 'ਚ ਵੀ ਜਿਵੇਂ ਇਹ ਇੱਛਾ ਕਰਨ ਲੱਗ ਜਾਂਦੇ ਨੇ, ਆਪਾਂ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਾਂ ਵੀ ਕਿਤੇ ਕੀਤੀ ਹੋਊਗੀ, ਹਨਾ। ਭੈਣੇ ਜਦੋਂ ਕੁਛ ਕੁ ਹਫ਼ਤੇ ਪਹਿਲਾਂ ਮੇਰੀ ਭੈਣ ਦੇ ਬੇਟਾ ਹੋਇਆ ਨਾ, ਤਾਂ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ। ਚਲੋ ਮੁੰਡੇ ਦੀ ਕੁੜੀ ਦੀ ਦੋਵਾਂ ਦੀ ਉਹ ਜ਼ਰੂਰਤ ਆ ਜਿਹੜੀ ਪਰਿਵਾਰ ਨੂੰ ਉਨੀ ਹੋਈ ਹੁੰਦੀ ਆ, ਹਨਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਜੇ ਮੁੰਡਾ ਹੋ ਗਿਆ ਤਾਂ ਤੁਸੀਂ ਖੁਸ਼ੀ ਨਾ ਮਨਾਓ, ਜਾਂ ਮੁੰਡਿਆਂ ਮਤਲਬ ਆਪਾਂ ਮੁੰਡੇ ਕੁੜੀ ਜਿਹੀ ਵਾਲੀ ਗੱਲ ਵਿੱਚ ਲੈ ਆਈਏ। ਪਰ ਗੱਲ ਇਹ ਆ ਵੀ ਜਦੋਂ ਦੂਜੀ ਔਲਾਦ ਕੁੜੀ ਹੁੰਦੀ ਆ, ਹਨਾ, ਪਹਿਲਾਂ ਵੀ ਕੁੜੀ ਹੋਵੇ ਤੇ ਦੂਜੀ ਵਾਰ ਵੀ ਕੁੜੀ ਹੁੰਦੀ ਆ, ਤਾਂ ਉਹਦੇ ਜਨਮ ਨੂੰ ਅਸੀਂ ਸੈਲੀਬ੍ਰੇਟ ਕਿਉਂ ਨਹੀਂ ਕਰਦੇ ਹੈਗੇ। ਤਾਂ ਜਦੋਂ ਭੈਣ ਦੇ ਬੇਟਾ ਹੋਇਆ, ਚਲੋ ਸਾਰਿਆਂ ਨੂੰ ਚਾਅ ਹੋਣਾ ਸੀਗਾ, ਹਨਾ, ਸਾਰਿਆਂ ਨੇ ਵਧਾਈਆਂ ਵੀ ਉਸੇ ਤਰੀਕੇ ਨਾਲ ਦਿੱਤੀਆਂ, ਤੇ ਨਾਲ ਜਿਹੜੀ ਆਪਾਂ ਮਤਲਬ ਇਹ ਵੀ ਸਾਰੇ ਗੱਲਾਂ ਕਰਨ ਲੱਗ ਗਏ ਵੀ ਚਲੋ ਵਧੀਆ ਹੋ ਗਿਆ, ਚਲੋ ਸੋਹਣੀ ਸੁਣ ਲਈ ਰੱਬ ਨੇ, ਹਨਾ, ਚਲੋ ਵਧੀਆ ਹੋ ਗਿਆ, ਭੈਣ ਭਰਾ ਹੋ ਗਏ ਦੋਏ, ਪਰਿਵਾਰ ਪੂਰਾ ਹੋ ਗਿਆ, ਹਨਾ। ਤਾਂ ਉਹ ਕਿਤੇ ਨਾ ਪ੍ਰੈਸ਼ਰ ਐ ਮਾਈਂਡ ਤੇ ਬਣ ਜਾਂਦਾ ਵੀ ਜੇ ਸੈਕਿੰਡ ਟਾਈਮ ਮੇਰੇ ਫੇਰ ਮਤਲਬ ਬੇਟੀ ਹੋ ਗਈ ਵੀ ਮਤਲਬ ਕਿਸੇ ਨੂੰ ਖੁਸ਼ੀ ਨਹੀਂ ਹੋਣੀ, ਕਿਸੇ ਨੂੰ ਖੁਸ਼ੀ ਨਹੀਂ। ਮਤਲਬ ਹੁਣ ਮੈਂ ਇਹ ਚੀਜ਼ ਮਹਿਸੂਸ ਕਰਦੀ ਹਾਂ ਜਦੋਂ ਭੈਣ ਦੇ ਉਹਨਾਂ ਦੀ ਵੀ ਬੇਟੀ ਆ, ਹਨਾ, 5 ਸਾਲ ਦੀ, ਤਾਂ ਹੁਣ ਜਦੋਂ ਉਹਨਾਂ ਦੇ ਸੈਕਿੰਡ ਟਾਈਮ ਬੇਟਾ ਹੋਇਆ ਤਾਂ ਉਸ ਤੋਂ ਬਾਅਦ ਚਲੋ ਵਧਾਈਆਂ ਜਿਹੜੀਆਂ ਸਾਰਿਆਂ ਨੇ ਦੇਣੀਆਂ ਸੀਗੀਆਂ, ਚਲੋ ਅਸੀਂ ਵੀ ਉਨੇ ਹੀ ਖੁਸ਼ ਹਾਂ। ਪਰ ਜਿਹੜੀਆਂ ਨਾਲ ਹੋਰ ਗੱਲਾਂ ਹੁੰਦੀਆਂ ਨੇ ਨਾ ਵੀ ਚਲੋ ਵਧੀਆ ਸੁਣ ਲਈ ਰੱਬ ਨੇ, ਜੀ ਦੇਤਾ, ਹਨਾ, ਮੈਨੂੰ ਲੱਗਦਾ ਵੀ ਕਿੰਨਾ ਜ਼ਿਆਦਾ ਜ਼ਰੂਰੀ ਹੈ ਮਤਲਬ ਸੋਸਾਇਟੀ ਲਈ ਵੀ ਤੁਹਾਡੇ ਮੁੰਡਾ ਹੋਣਾ ਚਾਹੀਦਾ। ਸਹੀ ਗੱਲ ਆ। ਇਹ ਦੇਖੋ, ਇਹ ਉਹ ਲੋਕ ਨੇ ਜਿਹੜੇ ਹੁਣ ਆਇਲਸ ਕੀਤੀਆਂ ਚੰਗੀਆਂ ਕੁੜੀਆਂ ਲੱਭਦੇ ਨਾ ਵੀ ਸਾਡੇ ਮੁੰਡੇ ਨੂੰ ਬਾਹਰ ਲੈ ਜਾਵੇ ਕੁੜੀ, ਹੈ ਨਾ। ਫਿਰ ਉਹੀ ਲੋਕ ਹੁੰਦੇ ਨੇ, ਜਿਵੇਂ ਮੈਂ ਕਿਹਾ ਵੀ ਜਦੋਂ ਮੁੰਡਾ ਆਪਣਾ ਵੱਡਾ ਹੁੰਦਾ ਆਪਾਂ ਵਿਆਹਣ ਲਈ ਸੋਚਦੇ ਹਾਂ, ਉਦੋਂ ਵੀ ਅਸੀਂ ਸੋਚਦੇ ਹਾਂ ਵੀ ਹਾਏ ਸਾਨੂੰ ਚੰਗੀ ਕੁੜੀ ਦਾ ਰਿਸ਼ਤਾ ਮਿਲ ਜਾਵੇ, ਹੈ ਨਾ। ਮਤਲਬ ਘਰ ਚਲਾਉਣ ਲਈ ਮੈਨੂੰ ਨਹੀਂ ਲੱਗਦਾ ਗੁਰਦੀਪ ਵੀ ਮੈਨੂੰ ਇਹ ਅੱਜ ਦੀ ਘੜੀ 'ਚ ਫਿਕਰ ਹੋਣਾ ਚਾਹੀਦਾ ਵੀ ਕੱਲ੍ਹ ਨੂੰ ਜਦੋਂ ਮੇਰਾ ਬੁਢਾਪਾ ਆਊ ਤਾਂ ਹਾਏ ਸਿਰਫ ਮੇਰਾ ਮੁੰਡਾ ਮੈਨੂੰ ਸੰਭਾਲੂਗਾ। ਨਹੀਂ, ਮੇਰਾ ਮੁੰਡਾ ਨਹੀਂ, ਨਾਲ ਮੇਰੀ ਨੂੰਹ ਨੇ ਮੈਨੂੰ ਸੰਭਾਲਣਾ, ਹੈ ਨਾ। ਤੇ ਉਹ ਕਿਸੇ ਘਰ ਦੀ ਧੀ ਹੋਊਗੀ, ਜੇ ਕਿਸੇ ਨੇ ਧੀ ਪੈਦਾ ਕੀਤੀ ਉਹ ਤਾਂ ਹੀ ਕੱਲ੍ਹ ਨੂੰ ਮੈਂ ਆਪਣਾ ਮੁੰਡਾ ਕਿਸੇ ਦੀ ਧੀ ਨਾਲ ਵਿਆਹਣਾ, ਹੈ ਨਾ। ਜੇ ਸਾਡੀ ਇਹੀ ਸੋਚ ਹੋ ਜਾਊ ਵੀ ਹਾਏ ਮਤਲਬ ਧੀਆਂ ਦਾ ਪਤਾ ਨਹੀਂ ਕਿੱਡਾ ਕੁ ਵੱਡਾ ਬੋਝ ਨੇ, ਹੈ ਨਾ। ਮੈਂ ਤੁਹਾਨੂੰ 2 ਧੀਆਂ ਵਾਲਿਆਂ ਦੀਆਂ ਵੀ ਗੱਲਾਂ ਸੁਣਾਉਣੀਆਂ। 2 ਧੀਆਂ ਜਿਹਦੀਆਂ ਹੋਣਗੀਆਂ ਤੁਸੀਂ ਉਹਨਾਂ ਨਾਲ ਕਦੀ ਗੱਲ ਕਰਕੇ ਦੇਖਿਓ। ਮੇਰੀ ਖੁਦ ਦੀ ਇੱਕ ਭੈਣ ਆ, ਉਹਦੇ 2 ਕੁੜੀਆਂ ਨੇ। ਉਹ ਕਹਿਣਗੇ ਵੀ ਸਾਨੂੰ ਤਾਂ ਜਮਾਂ ਹੀ ਫਿਕਰ ਨਹੀਂ ਹੈਗਾ ਵੀ ਹਾਏ ਅਸੀਂ ਜਿੰਨਾ ਕੁ ਕੁਛ ਸਾਡੇ ਕੋਲ ਹੈਗਾ ਇਹਨੂੰ ਡਬਲ ਕਰਨਾ ਕਿਉਂਕਿ ਕੱਲ੍ਹ ਨੂੰ ਅਸੀਂ ਮੁੰਡਾ ਵਿਆਹੁਣਾ, ਹੈ ਨਾ। ਉਹ ਕਹਿੰਦੇ ਵੀ ਸਾਨੂੰ ਐਂ ਲੱਗਦਾ ਹੁੰਦਾ ਵੀ ਜਿੰਨੀ ਤੁਹਾਡੀ ਕਮਾਈ ਆ ਵਧੀਆ ਉਹਨੂੰ ਖਾਓ, ਇੰਜੋਏ ਕਰੋ, ਕਿਉਂਕਿ ਕੱਲ੍ਹ ਨੂੰ ਅਸੀਂ ਸਾਡੀਆਂ ਧੀਆਂ ਹੀ ਨੇ, ਹੈ ਨਾ। ਉਹਨਾਂ ਨੂੰ ਜਿੰਨਾ ਕੁਛ ਹੈਗਾ ਸਾਡੇ ਕੋਲ ਖੁਸ਼ੀ ਉਹਨਾਂ ਦਾ ਵਿਆਹ ਕਿਤੇ ਵੀ ਹੋ ਜਾਣਾ, ਹੈ ਨਾ। ਮਤਲਬ ਉਹ ਕਈ ਲੋਕ ਇਸ ਚੀਜ਼ ਨੂੰ ਸਕੂਨ ਨਾਲ ਵੀ ਮਹਿਸੂਸ ਕਰਦੇ ਨੇ। ਪਰ ਹਾਂ ਕਈ ਵਾਰੀ ਆਲੇ ਦੁਆਲੇ ਦਾ ਪ੍ਰੈਸ਼ਰ ਹੋ ਗਿਆ ਜਾਂ ਫਿਰ ਘਰਦਿਆਂ ਦੀ ਹੋਈ ਸੋਚ ਇਹੋ ਜਿਹੀ ਹੁੰਦੀ ਆ ਵੀ ਨਹੀਂ ਜਿੰਨਾ ਚਿਰ ਤੇਰੇ ਮੁੰਡਾ ਨਹੀਂ ਹੁੰਦਾ ਤੂੰ ਤਾਂ ਕਰਮ ਵਾਲੀ ਨਹੀਂ। ਇੱਥੋਂ ਤੱਕ ਵੀ ਕਈ ਲੋਕੀ ਤਾਂ ਇਹ ਕਹਿਣ ਲੱਗ ਜਾਂਦੇ ਨੇ ਵੀ 2 ਮੁੰਡਿਆਂ ਦੀਆਂ ਮਾਵਾਂ ਬਹੁਤ ਕਰਮ ਵਾਲੀਆਂ ਹੁੰਦੀਆਂ ਨੇ। ਕਿੱਧਰੋਂ ਕਰਮ ਵਾਲੀਆਂ? ਮੈਂ ਕਹਿੰਦੀ ਹਾਂ ਬਾਅਦ 'ਚੋਂ ਜਿੰਨਾ 2 ਮੁੰਡਿਆਂ ਵਾਲੇ ਮਾਂ ਪਿਓ ਦਾ ਬੁਰਾ ਹਾਲ ਹੁੰਦਾ ਤੁਸੀਂ ਕਿਸੇ ਨੂੰ ਪੁੱਛ ਕੇ ਦੇਖਿਓ, ਕਿਸੇ ਦਾ ਨਹੀਂ ਹੁੰਦਾ, ਹੈ ਨਾ। ਚਲੋ ਆਪਾਂ ਇਸ 'ਚ ਵੀ ਨਹੀਂ ਪੈਂਦੇ ਹੈਗੇ, ਪਰ ਮੈਨੂੰ ਪ੍ਰੋਬਲਮ ਉੱਥੇ ਹੁੰਦੀ ਆ ਵੀ ਜੇ ਕੁੜੀ ਦਾ ਜਨਮ ਹੋ ਗਿਆ ਵੀ ਫਿਰ ਉਸ ਚੀਜ਼ ਨੂੰ ਸੈਲੀਬ੍ਰੇਟ ਕਿਉਂ ਨਹੀਂ ਕੀਤਾ ਜਾਂਦਾ, ਹੈ ਨਾ। ਤਾਂ ਠੀਕ ਆ, ਮੁੰਡੇ ਦੀ ਕੁੜੀ ਦੀ ਜ਼ਰੂਰਤ ਹਰ ਪਰਿਵਾਰ ਨੂੰ ਉਨੀ ਹੋਈ ਹੁੰਦੀ ਆ। ਕੁਛ ਚੀਜ਼ਾਂ ਨੇ ਜਿਹੜੀਆਂ ਅੱਗੇ ਜਾ ਕੇ ਰਿਸਪੌਂਸਿਬਿਲਿਟੀਜ਼ ਮੁੰਡੇ ਨੇ ਲੈਣੀਆਂ ਹੁੰਦੀਆਂ ਨੇ, ਹੈ ਨਾ, ਜਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਆਪਣੀ ਧੀ ਦੇ ਰਾਹੀਂ ਦੇਖਦੇ ਹੋ, ਹੈ ਨਾ, ਆਪਣੇ ਸੁਪਨੇ ਜਾਂ ਕੁਛ ਹੋਰ ਬਹੁਤ ਸਾਰੀਆਂ ਚੀਜ਼ਾਂ ਜਿੱਥੇ ਤੁਹਾਡੀ ਧੀ ਨੇ ਆ ਕੇ ਤੁਹਾਡੇ ਨਾਲ ਖੜਨਾ ਹੁੰਦਾ ਨਾ। ਪਰ ਮੈਨੂੰ ਲੱਗਦਾ ਹੁੰਦਾ ਵੀ ਅਸੀਂ ਉਸ ਟਾਈਮ 'ਤੇ ਜਿਸ ਮਾਂ-ਬਾਪ ਨੇ ਔਲਾਦ ਨੂੰ ਜਨਮ ਦਿੱਤਾ ਅਸੀਂ ਉਹਨਾਂ ਦੀ ਮਾਨਸਿਕ ਹਾਲਤ ਬਾਰੇ ਕਿਉਂ ਨਹੀਂ ਸੋਚਦੇ, ਹੈ ਨਾ। ਵੀ ਸਾਡੀ ਕੋਈ ਛੋਟੀ ਜਿਹੀ ਕਹੀ ਗੱਲ, ਜਿਵੇਂ ਆਪਣੇ ਪਹਿਲਾਂ ਕਿੰਨਾ ਵਹਿਮ ਕਰਦੇ ਹੁੰਦੇ ਸੀ ਵੀ 1.25 ਮਹੀਨਾ ਸ਼ਿਲਾ ਚੱਲਦਾ ਹੁੰਦਾ, ਹੈ ਨਾ, ਔਰਤ ਦਾ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਵੀ ਉਹਦੇ ਭਾਈ ਕੋਲ ਕੋਈ ਇੱਦਾਂ ਦੀ ਗੱਲ ਨਾ ਕਰਿਓ ਵੀ ਉਹਦੇ ਮਨ 'ਤੇ ਜਾਂ ਵਜਨ ਨਾ ਪੈ ਜਾਵੇ, ਹੈ ਨਾ, ਜਾਂ ਬੋਝ ਨਾ ਹੋਵੇ, ਹੈ ਨਾ। ਪਰ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਬੋਝ ਜਿਹੜਾ ਆਪਾਂ ਕਹਿੰਦੇ ਆ ਵੀ ਪਰਹੇਜ਼ ਕਰਨਾ ਚਾਹੀਦਾ ਆਪਾਂ ਆਪ ਹੀ ਦੇ ਦਿੰਦੇ ਆ, ਹੈ ਨਾ। ਤਾਂ ਕਿ ਜਦੋਂ ਤੁਸੀਂ ਉਹਦੇ ਬੱਚੇ ਦੀ ਖੁਸ਼ੀ ਨਹੀਂ ਮਨਾਉਣੀ ਹੈਗੀ ਜਾਂ ਉਹਨਾਂ ਨੂੰ ਜਾ ਕੇ ਇਹ ਨਹੀਂ ਕਹਿਣਾ ਵੀ ਭਾਈ ਤੂੰ ਠੀਕ ਆ, ਹੈ ਨਾ, ਵੀ ਜਾਂ ਕਿੱਦਾਂ ਵੀ ਚਲੋ 2 ਬੱਚਿਆਂ ਦੇ ਤੁਸੀਂ ਮਾਂ-ਬਾਪ ਬਣ ਗਏ ਹੋ, ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ, ਤੁਹਾਨੂੰ ਬਹੁਤ ਮੁਬਾਰਕਾਂ, ਤੁਹਾਡੀ ਹੁਣ ਜ਼ਿੰਮੇਵਾਰੀ ਵੱਧ ਗਈ ਅੱਗੇ, ਹੈ ਨਾ। ਪਰ ਮੈਨੂੰ ਬਹੁਤ ਪ੍ਰੋਬਲਮੈਟਿਕ ਇਹ ਚੀਜ਼ ਲੱਗਦੀ ਹੁੰਦੀ ਹੈ ਵੀ ਜਦੋਂ ਕੁੜੀ ਦੇ ਚਲੋ ਪਹਿਲੀ ਚੀਜ਼ ਨੂੰ ਜਿਵੇਂ ਤੁਸੀਂ ਕਿਹਾ ਵੀ ਪਹਿਲੀ ਵਾਰ ਤਾਂ ਐਕਸੈਪਟ ਕਰ ਲੈਂਦੇ ਨੇ ਪਰ ਦੂਜੀ ਵਾਰ ਨਹੀਂ ਕਰਦੇ। ਮੈਂ ਆਪਦੀ ਬੇਟੀ ਨੂੰ ਪਹਿਲੀ ਵਾਰ ਜਦੋਂ ਆਪਣੇ ਪੇਕੇ ਪਿੰਡ ਲੈ ਕੇ ਗਈ ਤਾਂ ਵਿਸਾਖੀ ਸੀਗੀ ਉਦੋਂ, ਤੇ ਅਸੀਂ ਸਾਰਾ ਪਰਿਵਾਰ ਗੁਰਦੁਆਰਾ ਸਾਹਿਬ ਜਾ ਰਹੇ ਸੀ ਮੱਥਾ ਟੇਕਣ। ਤਾਂ ਸਾਡੇ ਪਿੰਡ 'ਚੋਂ ਇੱਕ ਬੇਬੇ ਜੀ ਆ ਕੇ ਮੈਨੂੰ ਕਹਿੰਦੇ, ਉਹ 1.25 ਕੁ ਮਹੀਨੇ ਦੀ ਸੀ, ਮੈਂ ਉਹਨੂੰ ਐਂ ਗੋਦੀ ਚੱਕਿਆ ਹੋਇਆ ਸੀ, ਕਹਿੰਦੇ ਪਹਿਲਾਂ ਮੈਨੂੰ ਐਂ ਦੱਸ ਵੀ ਇਹ ਚੀਜ਼ ਕੀ ਆ। ਮੈਂ ਕਿਹਾ ਬੀਜੀ ਇਹ ਮੇਰੀ ਬੇਟੀ ਆ, ਮੇਰਾ ਬੱਚਾ ਆ। ਕਹਿੰਦੇ ਨਹੀਂ ਐਂ ਦੱਸ ਵੀ ਮੈਨੂੰ ਮੁੰਡਾ ਜਾਂ ਕੁੜੀ ਆ ਇਹ।
ਮੈਂ ਕਿਹਾ ਵੀ ਇਹ ਮੇਰਾ ਬੱਚਾ ਹੈ ਤੇ ਮੇਰੀ ਬੇਟੀ ਆ, ਇਹ ਚੀਜ਼ ਨਹੀਂ ਹੈਗੀ ਹੈ ਨਾ। ਮੈਨੂੰ ਬਹੁਤ ਦੁੱਖ ਹੋਇਆ ਹੈ ਨਾ ਵੀ ਉਹਨਾਂ ਨੂੰ ਲੱਗਦਾ ਵਾ ਵੀ ਜੇ ਤਾਂ ਮਤਲਬ ਵੀ ਮੁੰਡਾ ਤਾਂ ਚੰਗੀ ਚੀਜ਼ ਆ, ਜੇ ਕੁੜੀ ਆ ਤਾਂ ਮਾੜੀ ਚੀਜ਼ ਆ। ਬਹੁਤ ਸਾਰੀਆਂ ਅਸੀਂ ਪਰਿਵਾਰਾਂ 'ਚ ਆਪਦਿਆਂ 'ਚ ਇਹ ਵੀ ਗੱਲਾਂ ਹੁੰਦੀਆਂ ਸੁਣੀਆਂ ਨੇਗੀਆਂ ਮੈਂ, ਵੀ ਜਦੋਂ ਕਿਸੇ ਦੇ ਬੱਚਾ ਹੋਣ ਵਾਲਾ ਤਾਂ ਘਰ ਦੀਆਂ ਜਨਾਨੀਆਂ ਗੱਲ ਕਰਦੀਆਂ ਨੇਗੀਆਂ ਵੀ ਚੱਲ ਜੇ ਚੰਗੀ ਚੀਜ਼ ਆ ਜਾਵੇ ਤਾਂ ਆਪਾਂ ਫਲਾਣੇ ਦਾ ਮੱਥਾ ਟੇਕਣ ਚੱਲਾਂਗੇ ਨਾ, ਜਾਂ ਫਲਾਣੇ ਨੂੰ ਮੂੰਹ ਮੰਗੀਆਂ ਵਧਾਈਆਂ ਆਪਾਂ ਦੇਵਾਂਗੇ। ਚੰਗੀ ਚੀਜ਼ ਮਤਲਬ ਕਿ ਮੁੰਡਾ, ਮਤਲਬ ਕੁੜੀ ਆ ਜਿਹੜੀ ਉਹ ਮਾੜੀ ਚੀਜ਼ ਆ ਨਾ। ਹਾਂ ਗੁਰਦੀਪ, ਦੇਖੋ ਸੋਚ ਦਾ ਤਾਂ ਇੱਥੋਂ ਪਤਾ ਲੱਗ ਜਾਂਦਾ। ਆਪਣੇ ਬਹੁਤ ਸਾਰੇ ਰਿਸ਼ਤੇਦਾਰ ਆਪਣੇ ਘਰਾਂ 'ਚ ਆਉਂਦੇ ਆ, ਜਿਵੇਂ ਹੁਣ ਸਾਡੇ ਘਰ 'ਚ ਗੁਰਨੂਰ ਤੇ ਮਹਿਤਾਬ ਨਾ, ਇੱਕ ਮੁੰਡਾ ਇੱਕ ਕੁੜੀ। ਮੁੰਡੇ ਨੂੰ ਲੋਕ 500 ਰੁਪਏ ਸ਼ਗਨ ਦੇ ਕੇ ਜਾਣਗੇ, ਕੁੜੀ ਨੂੰ 200, ਹੈ ਨਾ। ਜੇ ਹੁਣ ਆਪਾਂ ਕਿਸੇ ਦਾ ਬੱਚਾ ਦੇਖਣ ਜਾਂਦੇ ਆਪਾਂ ਨੂੰ ਪਤਾ ਲੱਗ ਜੂਗਾ ਵੀ ਉਹਦੇ ਮੁੰਡਾ ਹੋਇਆ, ਆਪਾਂ ਕਹਿੰਦੇ ਆ ਮੁੰਡਾ ਹੋਇਆ ਇੰਨਾ ਸ਼ਗਨ ਦਾ ਬਣਦਾ ਹੈ। ਜਦੋਂ ਕਿਸੇ ਤੇ ਕੁੜੀ ਲੋਕ ਕਹਿਣਗੇ ਨਹੀਂ ਕੁੜੀ ਹੋਈ ਆ, ਚਲੋ ਉਹਨੂੰ ਤਾਂ ਇੰਨਾ ਵੀ ਠੀਕ ਆ, ਹੈ ਨਾ। ਮਤਲਬ ਉੱਥੋਂ ਤੁਹਾਨੂੰ ਆਲੇ ਦੁਆਲੇ ਦੀ ਸੋਚ ਪਤਾ ਲੱਗ ਜਾਂਦੀ ਹੈ। ਜਦੋਂ ਮੈਂ ਨਾ ਗ੍ਰੈਜੂਏਸ਼ਨ 'ਚ ਸੀ, ਸਾਡੇ ਇੱਕ ਮੈਮ ਹੁੰਦੇ ਸੀ ਗਿੱਧੇ ਦੇ, ਨਰਿੰਦਰ ਮੈਮ, ਉਹਨਾਂ ਨੇ ਵਿਆਹ ਨਹੀਂ ਸੀ ਕਰਵਾਇਆ। ਤਾਂ ਉਹ ਮਤਲਬ ਉਹਨਾਂ ਦਾ ਇੱਕ ਕਾਰਨਰ ਹੀ ਹੁੰਦਾ ਬੰਦੇ ਦਾ ਵੀ ਇਸ ਕਾਰਨਰ ਤੋਂ ਅਸੀਂ ਬਹੁਤ ਇਮੋਸ਼ਨਲ ਹੁੰਦੇ ਹਾਂ, ਤਾਂ ਉਹ ਕੁੜੀਆਂ ਦਾ ਬਹੁਤ ਕਰਦੇ ਹੁੰਦੇ ਸੀਗੇ। ਉਹਨਾਂ ਨੇ ਸਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਈ। ਉਹ ਕਹਿੰਦੇ ਵੀ 2 ਪਰਿਵਾਰ ਸੀਗੇ, ਉਹਨਾਂ ਦੇ ਬੱਚੇ ਹੋਣ ਵਾਲੇ ਸੀਗੇ। ਕਹਿੰਦੇ ਇੱਕ ਪਰਿਵਾਰ 'ਚ ਪਹਿਲਾਂ ਕੁੜੀ ਸੀਗੀ, ਇੱਕ 'ਚ ਮੁੰਡਾ ਪਹਿਲਾਂ ਸੀਗਾ। ਤਾਂ ਜਦੋਂ ਜਿਸ ਪਰਿਵਾਰ 'ਚ ਕੁੜੀ ਸੀ ਪਹਿਲਾਂ, ਉਹਨਾਂ ਦੇ ਕੁੜੀ ਹੋਈ ਹੋ ਗਈ, ਤੇ ਉਹ ਦੂਜਾ ਪਰਿਵਾਰ ਹਸਪਤਾਲ ਦੇਖਣ ਗਿਆ। ਉਹਨਾਂ ਨੇ ਅਫਸੋਸ ਜਤਾਇਆ ਵੀ ਦੇਖੋ ਤੁਹਾਡੇ ਪਹਿਲਾਂ ਵੀ ਕੁੜੀ ਸੀ, ਹੁਣ ਫੇਰ ਕੁੜੀ ਹੋ ਗਈ, ਹੈ ਨਾ। ਉਹ ਕਹਿੰਦੇ ਵੀ ਇਹਦੇ ਨਾਲ ਕੀ ਹੋ ਗਿਆ, ਵੀ ਅਸੀਂ ਤਾਂ ਖੁਸ਼ ਹਾਂ, ਸਾਡੇ ਇੱਕ ਹੋਰ ਤੰਦਰੁਸਤ ਬੱਚਾ ਪੈਦਾ ਹੋਇਆ। ਉਹ ਕਹਿੰਦੇ ਨਹੀਂ, ਪਰਿਵਾਰ ਨਾ ਰੁੱਖਾ ਮਿੱਸਾ ਜਿਹਾ ਚੰਗਾ ਲੱਗਦਾ। ਤੇ ਕਹਿੰਦੇ ਫਿਰ ਥੋੜੇ ਦਿਨ ਬਾਅਦ ਦੂਜੇ ਪਰਿਵਾਰ 'ਚ ਜਿਨ੍ਹਾਂ ਦੇ ਮੁੰਡਾ ਸੀ, ਉਹਨਾਂ ਦੇ ਫੇਰ ਇੱਕ ਮੁੰਡਾ ਹੋਇਆ, ਹੈ ਨਾ। ਉਹ ਗਏ ਹਸਪੀਟਲ ਦੋਵੇਂ ਜੀ, ਤੇ ਉਹ ਕਹਿੰਦੇ ਵੀ ਸਾਨੂੰ ਵੀ ਬੜਾ ਅਫਸੋਸ ਆ, ਹੈ ਨਾ, ਵੀ ਤੁਹਾਡੇ ਪਹਿਲਾਂ ਵੀ ਮੁੰਡਾ ਸੀ, ਹੁਣ ਫੇਰ ਮੁੰਡਾ ਹੋ ਗਿਆ। ਉਹ ਕਹਿੰਦੇ ਵੀ ਮੁੰਡੇ ਦਾ ਕਾਹਦਾ ਅਫਸੋਸ, ਕਹਿੰਦੇ ਇਸ ਤੋਂ ਖੁਸ਼ ਹਾਂ, ਸਾਡੇ ਜੋੜੀ ਬਣ ਗਈ। ਉਹ ਕਹਿੰਦੇ ਨਹੀਂ ਜੋੜੀ ਨਹੀਂ, ਪਰਿਵਾਰ ਰੁੱਖਾ ਮਿੱਸਾ ਜਿਹਾ ਚੰਗਾ ਲੱਗਦਾ। ਵੀ ਮਤਲਬ ਕਈ ਵਾਰੀ ਤੁਹਾਨੂੰ ਇਹੋ ਜਿਹੀ ਚਪੇੜ ਵੀ ਵੱਜ ਜਾਂਦੀ ਹੁੰਦੀ ਆ ਮੂਹਰਿਓਂ, ਹੈ ਨਾ। ਸਾਡੇ ਨਾ ਰਿਸ਼ਤੇਦਾਰੀ 'ਚ 2 ਭੈਣਾਂ ਇੱਕੋ ਹੀ ਘਰ ਵਿਆਹੀਆਂ ਹੋਈਆਂ ਨੇਗੀਆਂ, ਤਾਂ ਉਹਨਾਂ ਦੋਨਾਂ ਦੀ ਪਹਿਲਾਂ ਕੁੜੀਆਂ ਹੋਈਆਂ, ਹੈ ਨਾ। ਪਹਿਲਾ ਬੱਚਾ ਉਹਨਾਂ ਦੇ ਦੋਵਾਂ ਦੀ ਕੁੜੀਆਂ ਸੀਗੀਆਂ। ਜਦੋਂ ਉਹਨਾਂ ਦੇ ਦੂਸਰੀ ਵਾਰ ਬੱਚਾ ਹੋਣ ਵਾਲਾ ਸੀਗਾ, ਤਾਂ ਦੋਨਾਂ ਦੀਆਂ ਸੱਸਾਂ 'ਚ, ਜਿਵੇਂ ਚਾਚੇ ਤਾਏ ਦੇ ਮੁੰਡਿਆਂ ਨੂੰ ਵਿਆਹੇ ਹੋਏ, ਦੋਨਾਂ ਦੀਆਂ ਸੱਸਾਂ 'ਚ ਸ਼ਰਤਾਂ ਲੱਗਦੀਆਂ ਹੁੰਦੀਆਂ ਸੀ। ਕੰਪੀਟੀਸ਼ਨ ਹੋ ਜਾਂਦਾ ਫਿਰ ਉਹਨਾਂ ਨੇ ਸ਼ਰਤਾਂ ਲੱਗੇ ਕਰਨ ਸੱਸਾਂ 'ਚ ਵੀ ਮੇਰੇ ਤਾਂ ਇੱਕ ਦੀ ਪੋਤਾ ਹੀ ਹੋ, ਦੂਜੀ ਕਹੇ ਮੇਰੇ ਵੀ ਪੋਤਾ ਹੀ ਹੋ। ਚਲੋ ਇੱਕ ਭੈਣ ਦੀ ਡਿਲੀਵਰੀ ਹੋਈ ਤਾਂ ਉਹਨਾਂ ਦੇ ਮੁੰਡਾ ਹੋਇਆ, ਹੈ ਨਾ। ਚਲੋ ਸਾਰਿਆਂ ਨੇ ਬੜਾ ਚਾਅ ਕੀਤਾ, ਮਤਲਬ ਉਹਨਾਂ ਨੇ ਕਿਹਾ। ਤੇ ਜਦੋਂ ਦੂਜੀ ਭੈਣ ਦੀ ਡਿਲੀਵਰੀ ਹੋਈ ਤਾਂ ਉਹਦੇ ਫਿਰ ਦੁਬਾਰਾ ਬੇਟੀ ਹੋਈ, ਹੈ ਨਾ। ਤੇ ਤੁਸੀਂ ਯਕੀਨ ਨਹੀਂ ਕਰੋਗੇ, ਆਪਾਂ ਕਹਿੰਦੇ ਆ ਵੀ ਆਪਣੇ ਨਾ ਸੁਸਾਇਟੀ 'ਚ ਬੰਦੇ ਦਾ ਰੋਣਾ, ਆਪਾਂ ਕਹਿੰਦੇ ਲੈ ਕਿਵੇਂ ਜਨਾਨੀਆਂ ਗੁਰੂ, ਉਹਨਾਂ ਦੇ ਬੰਦੇ ਵੀ ਰੋਏ ਭੈਣੇ ਕੁੜੀ ਦੇ ਜਨਮ ਤੇ ਸਾਡਾ ਪਰਿਵਾਰ ਹੱਸੇ, ਕਹਿੰਦੇ ਵੀ ਉਹ ਤਾਂ ਏਡਣੀਆਂ ਅੱਖਾਂ ਸਜਾਈ ਬੈਠੇ ਨੇਗੇ, ਹੈ ਨਾ, ਰੋ ਕੇ। ਤੇ ਪਿੰਡੋਂ ਕਹਿੰਦੇ ਲੋਕ ਬੱਚੇ ਨੂੰ, ਮਤਲਬ ਉਹਨਾਂ ਦੇ ਰਿਸ਼ਤੇਦਾਰ ਦੇਖਣ ਨਹੀਂ ਆ ਰਹੇ, ਆ ਕੇ ਕਹਿੰਦੇ ਚੁੱਪਚਾਪ ਬਹਿੰਦੇ ਨੇ, ਚੁੱਪਚਾਪ ਹੀ ਉੱਠ ਕੇ ਮੁੜ ਜਾਂਦੇ ਨੇ। ਕਹਿੰਦੇ ਮੈਂ ਕਿਹਾ ਵੀ ਇਹ ਕੀ ਚੀਜ਼, ਕਹਿੰਦੇ ਵੀ ਇਹ ਅਫਸੋਸ ਤੇ ਆਏ ਨੇਗੇ। ਤੁਸੀਂ ਦੇਖੋ ਜਿੱਥੇ ਅਸੀਂ ਬਹੁਤ ਸਾਰੇ ਲੋਕ ਜਿਹੜੇ ਕਿ ਬਹੁਤ ਚੰਗੀ ਸੋਚ ਦੇ ਮਾਲਕ ਨੇ, ਕੁੜੀਆਂ ਦਾ ਜਨਮ ਐਕਸੈਪਟ ਕਰਦੇ ਨੇ, ਲੋਹੜੀਆਂ ਵੀ ਮਨਾਉਂਦੇ ਨੇ, ਸਪੈਸ਼ਲ ਉਹਨਾਂ ਨੂੰ ਘਰੇ ਜਦੋਂ ਹਸਪੀਟਲ ਤੋਂ ਘਰ ਆਉਂਦੀਆਂ ਨੇਗੀਆਂ ਤਾਂ ਉਹਨਾਂ ਨੂੰ ਇੱਕ ਵਧੀਆ ਵੈਲਕਮ ਦਿੱਤਾ ਜਾਂਦਾ ਆ, ਹੈ ਨਾ। ਪਰ ਹਲੇ ਵੀ ਦੇਖੋ ਕਈ ਪਰਿਵਾਰ ਜਾਂ ਕਈ ਪਿੰਡਾਂ 'ਚ ਇਹੋ ਜਿਹਾ ਮਾਹੌਲ ਆ ਵੀ ਜਿੱਥੇ ਕੁੜੀ ਦੇ ਜਨਮ ਤੇ ਅਫਸੋਸ ਕਰਨ ਜਾਂਦੇ ਨੇ ਲੋਕੀ ਘਰਾਂ 'ਚ। ਦੇਖੋ ਮੈਂ ਕਹਿੰਦੀ ਆ ਵੀ ਹਰ ਇੱਕ ਨੂੰ ਇਹ ਹੱਕ ਹੋਣਾ ਚਾਹੀਦਾ ਵੀ ਔਲਾਦ ਆ ਜਿਹੜੀ ਉਹ ਕੁਦਰਤ ਕਹਿੰਦੇ ਵੀ ਕੁਦਰਤ ਬਖਸ਼ਦੀ ਆ, ਉਹਦੇ ਹੱਥ 'ਚ ਆਉਣੇ ਤੁਹਾਨੂੰ ਕੀ ਨਵਾਜਣਾ, ਹੈ ਨਾ। ਪਰ ਹਰ ਮਾਂ ਪਿਓ ਨੂੰ ਇਹ ਹੱਕ ਹੋਣਾ ਚਾਹੀਦਾ ਵੀ ਉਹਨਾਂ ਦੀ ਔਲਾਦ ਨੂੰ ਉਹ ਆਪਣੇ ਤਰੀਕੇ ਨਾਲ, ਜਿਸ ਤਰੀਕੇ ਜਿਵੇਂ ਦੀ ਵੀ ਉਹਨਾਂ ਨੂੰ ਔਲਾਦ ਚਾਹੀਦੀ ਉਹਦਾ ਚਾਅ ਕਰਨ। ਉਹਦੇ ਤੇ ਨਾ ਤਾਂ ਕੋਈ ਸਮਾਜ ਦਾ ਪ੍ਰੈਸ਼ਰ ਹੋਣਾ ਚਾਹੀਦਾ, ਈਵਨ ਕਿ ਮੈਨੂੰ ਲੱਗਦਾ ਨਾਨੀ ਦਾਦੀਆਂ ਜਾਂ ਦਾਦੇ ਨਾਨਿਆਂ ਨੂੰ ਵੀ ਇਹ ਹੱਕ ਹੁਣ ਛੱਡ ਦੇਣੇ ਚਾਹੀਦੇ ਨੇ ਵੀ ਸਾਡੀ ਮਰਜ਼ੀ ਮੁਤਾਬਕ ਨਾ, ਇਹ ਇਸੇ ਮਰਜ਼ੀਆਂ ਮੁਤਾਬਕ ਬਹੁਤ ਸਾਰੀਆਂ ਕੁੜੀਆਂ ਦੇ ਆਪਾਂ ਸੋਚ ਵੀ ਨਹੀਂ ਸਕਦੇ ਵੀ ਚੰਗੇ ਘਰਾਂ 'ਚ ਵੀ 6-6 7-7 ਅਬੋਰਸ਼ਨ ਹੁੰਦੇ ਨੇ, ਹੈ ਨਾ। ਜਿਹੜਾ ਕਿ ਮੈਂ ਕਹਿੰਦੀ ਹਾਂ ਵੀ ਫਿਰ ਅਸੀਂ ਅਗਲੀ ਵਾਰੀ ਰੱਬ ਤੋਂ ਕਿਵੇਂ ਹੱਥ ਜੋੜ ਕੇ ਮੰਗਦੇ ਹਾਂ ਵੀ ਸਾਨੂੰ ਤੂੰ ਪੁੱਤ ਦੇ, ਜਦ ਕਿ ਅਸੀਂ 4-5 ਕਤਲ ਤਾਂ ਕਰ ਚੁੱਕੇ ਹੁੰਦੇ ਹਾਂ, ਹੈ ਨਾ। ਦੂਜੀ ਗੱਲ ਹੈ ਜਿਹੜੀ ਔਲਾਦ, ਨਾ ਤਾਂ ਮੈਨੂੰ ਇਹ ਕਿਸੇ ਨੇ ਲਿਖ ਕੇ ਕਿਸੇ ਨੂੰ ਵੀ ਦੇਣਾ ਵੀ ਜੇ ਤੁਹਾਡੀਆਂ ਕੁੜੀਆਂ ਹੋਣਗੀਆਂ ਉਹ ਤੁਹਾਨੂੰ ਸੰਭਾਲਣਗੀਆਂ। ਬਹੁਤ ਸਾਰੇ ਕੁੜੀਆਂ ਵਾਲੇ ਮਾਂ ਪਿਓ ਵੀ ਰੁਲਦੇ ਫਿਰਦੇ ਨੇ, ਹੈ ਨਾ। ਨਾ ਹੀ ਤੁਹਾਨੂੰ ਕਿਸੇ ਨੇ ਪੁੱਤਰ ਨੇ ਤੁਹਾਨੂੰ ਸੰਭਾਲਣਾ ਵੀ ਇਹ ਆ ਵੀ ਪੁੱਤਰ ਆ ਤਾਂ ਉਹੀ ਸੰਭਾਲੂ। ਅਸਲ 'ਚ ਤਾਂ ਔਲਾਦ ਤੁਹਾਡੀ ਅਗਲੀ ਪੀੜ੍ਹੀ ਹੁੰਦੀ ਆ ਜਿਹੜੀ ਤੁਹਾਨੂੰ ਤੰਦਰੁਸਤ ਮਿਲੇ, ਇੰਨਾ ਹੀ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ, ਹੈ ਨਾ। ਦੂਜੀ ਗੱਲ
ਜੇ ਮੈਂ ਖੁਦ ਕੁੜੀਆਂ ਕਿਸੇ ਦੀ ਮਾਂ ਨੂੰ ਜਾ ਕੇ ਸਲਾਹ ਨਹੀਂ ਦਿੰਦੀ ਚੰਗੀ ਲੱਗਦੀ ਵੀ ਜੋ ਤੇਰੇ ਪਹਿਲੀ ਧੀ ਸੀ ਦੂਜੀ ਵਾਰ ਤੂੰ ਅਬੋਰਸ਼ਨ ਕਰਾ ਲਾ ਹਨਾ। ਬਿਲਕੁਲ। ਤੇ ਪਹਿਲੀ ਗੱਲ, ਜੇ ਮੇਰੀ ਮਾਂ ਜੋ ਉਹਦੇ 2 ਧੀਆਂ ਨੇ, ਤੁਹਾਡੇ ਮੰਮੀ ਦੇ ਵੀ 2 ਕੁੜੀਆਂ ਸੀ, ਜੇ ਹੁਣ ਮੇਰੀ ਮਾਂ ਕੱਲ ਨੂੰ ਆਪਣੀ ਨੂੰਹ ਨੂੰ ਸਲਾਹ ਦੇਵੇ ਵੀ ਤੇਰੇ ਤਾਂ ਇੱਕ ਕੁੜੀ ਹੋ ਗਈ, ਹੁਣ ਤੇਰੇ ਅਗਲੀ ਵਾਰ ਮੁੰਡਾ ਹੋਣਾ ਚਾਹੀਦਾ, ਤਾਂ ਇਹ ਵੀ ਬਹੁਤ ਸ਼ਰਮਨਾਕ ਗੱਲ ਆ ਹਨਾ। ਕਿਸੇ ਦੀ ਔਲਾਦ ਬਸ ਉਹਦੇ ਕਰਮਾਂ ਦੀ ਸਮਝੋ ਤੁਸੀਂ ਹਨਾ। ਰਿਜ਼ਕ ਤੇ ਔਲਾਦ ਕਹਿੰਦੇ ਆਪਣੇ ਆਪਣੇ ਕਰਮਾਂ ਦਾ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਬਾਹਰ ਨਿਕਲਣਾ ਚਾਹੀਦਾ, ਉਹ ਵੀ ਉਦੋਂ ਜਦੋਂ ਹੁਣ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਮੈਂ ਤਾਂ ਸਮਝਦੀ ਨੇ ਵੀ ਕੀ ਫਰਕ ਆ, ਕੋਈ ਫਰਕ ਨਹੀਂ। ਆਪਾਂ ਜਿਵੇਂ ਹੁਣ ਥੋੜੀ ਦੇਰ ਪਹਿਲਾਂ ਗੱਲ ਕਰ ਰਹੇ ਸੀ ਵੀ ਕੁੜੀਆਂ ਨੂੰ ਸਭ ਕੁਝ ਆਉਂਦਾ, ਡਰਾਈਵਿੰਗ ਵੀ ਆਉਂਦੀ ਆ, ਕੁੜੀਆਂ ਹਰ ਕੰਮ ਅੱਜ ਦੇ ਦੌਰ 'ਚ ਕਰ ਸਕਦੀਆਂ ਨੇ ਹਨਾ। ਇਹ ਤਾਂ ਉਦੋਂ ਹੁੰਦਾ ਸੀ ਜਦੋਂ ਲੋਕ ਕਹਿੰਦੇ ਹੁੰਦੇ ਸੀ ਲੈ ਜੇ ਕੰਮ ਪਊਗਾ ਮੁੰਡੇ ਨੂੰ ਤਾਂ ਅੱਧੀ ਰਾਤ ਵੀ ਘਰੋਂ ਬਾਹਰ ਤੋਰ ਦਾਂਗੇ ਹਨਾ। ਹੁਣ ਤਾਂ ਕੁੜੀਆਂ 'ਚ ਵੀ ਓਨਾ ਹੀ ਹੌਸਲਾ। ਹਾਂ, ਜਦੋਂ ਤੱਕ ਸਮਾਜ ਦੀ ਸੋਚ ਨਹੀਂ ਬਦਲਦੀ ਉਦੋਂ ਤੱਕ ਤਾਂ ਤੁਸੀਂ ਦੁਪਹਿਰੇ ਵੀ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਕੱਢ ਸਕਦੇ ਹਨਾ। ਤੇ ਇਸ ਲਈ ਇਹੋ ਜਿਹੀਆਂ ਹਦਾਇਤਾਂ, ਇਹੋ ਜਿਹੀਆਂ ਸਲਾਹਾਂ ਜਦੋਂ ਕਿਸੇ ਦੇ ਬੱਚਾ ਹੁੰਦਾ, ਮੈਨੂੰ ਲੱਗਦਾ ਉਹ ਸਾਨੂੰ ਘਰੇ ਰੱਖ ਕੇ ਖੁਸ਼ੀ ਅਗਲੇ ਦੀ ਖੁਸ਼ੀ 'ਚ ਸ਼ਾਮਿਲ ਹੋਣਾ ਚਾਹੀਦਾ ਹਨਾ। ਨਾ ਤੁਹਾਡੇ ਤੇ ਮੇਰੇ ਵਰਗੇ ਡਰਨ ਵੀ ਹਾਏ ਪਹਿਲਾਂ ਕੁੜੀ ਹੋਈ ਆ, ਰੱਬਾ ਹੱਥ ਜੋੜ ਕੇ ਅਗਲੀ ਵਾਰ ਮੁੰਡਾ ਹੀ ਦੇ ਦੀ, ਨਹੀਂ ਤਾਂ ਮਿਰਚਾਂ ਵਰਗੇ ਝੱਲਣੇ ਔਖੇ ਹੋ ਜਾਣੇ। ਬਿਲਕੁਲ, ਮਤਲਬ ਜਾਣੇ ਅਣਜਾਣੇ 'ਚ ਕੋਈ ਤੀਜਾ ਬੰਦਾ ਤੁਹਾਡੇ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਕ੍ਰੀਏਟ ਕਰ ਦਿੰਦਾ, ਤੁਹਾਨੂੰ ਲੱਗਦਾ ਵੀ ਜੇ ਤੁਹਾਡੇ ਬੱਚਾ ਕੁੜੀ ਹੋਈ ਆ ਤਾਂ ਮਤਲਬ ਵੀ ਕਿਸੇ ਨੂੰ ਚਾਅ ਨਹੀਂ ਹੋਣਾ, ਤੁਹਾਨੂੰ ਤਾਂ ਕਿਸੇ ਨੇ ਵਧਾਈਆਂ ਨਹੀਂ ਦੇਣੀਆਂ, ਮਤਲਬ ਕਿਸੇ ਨੂੰ ਇਹ ਨਹੀਂ ਲੱਗਣਾ ਵਾ ਵੀ ਹਾਂ ਇਹ ਹੁਣੇ ਪਰਫੈਕਟ ਮਦਰ ਫਾਦਰ ਬਣ ਗਏ ਨੇ ਹਨਾ, ਮਾਂ ਪਿਓ ਵੀ ਹੁਣ ਬਿਲਕੁਲ ਇਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਵਾ। ਤਾਂ ਮੈਨੂੰ ਲੱਗਦਾ ਹੁੰਦਾ ਕਿ ਸਭ ਤੋਂ ਪਹਿਲਾਂ ਸੋਚੋ ਉਸ ਔਰਤ ਬਾਰੇ ਜਿਹਨੇ 9 ਮਹੀਨੇ ਬੱਚੇ ਨੂੰ ਆਪਣੇ ਢਿੱਡ 'ਚ ਰੱਖਿਆ ਹੁੰਦਾ ਹਨਾ। ਤਾਂ ਉਸ ਤੋਂ ਬਾਅਦ ਉਹਦੀਆਂ ਕਿੰਨੀਆਂ ਰੀਝਾਂ ਉਹਦੇ ਨਾਲ ਜੁੜੀਆਂ ਹੁੰਦੀਆਂ ਨੇ, ਨਾਲੇ ਕਿਸੇ ਦੇ ਬੱਚੇ ਦਾ ਦੁੱਖ ਸੁੱਖ ਉਹਦੇ ਮਾਂ-ਬਾਪ ਦੇ ਹਿੱਸੇ ਆ ਹਨਾ। ਤੇ ਤੁਹਾਨੂੰ ਜਾਂ ਮੈਨੂੰ ਤਾਂ ਕੋਈ ਫਰਕ ਨਹੀਂ ਪੈਣ ਲੱਗਿਆ। ਸੋ ਜੇ ਉਹਨਾਂ ਨੂੰ ਨਹੀਂ ਕੋਈ ਪ੍ਰੋਬਲਮ ਹੈਗੀ, ਜੇ ਉਹ ਆਪਣੇ ਬੱਚੇ ਨੂੰ ਐਕਸੈਪਟ ਕਰ ਰਹੇ ਨੇਗੇ, ਚਾਹੇ ਮੁੰਡਾ ਚਾਹੇ ਕੁੜੀ ਆ, ਤਾਂ ਸਾਨੂੰ ਮੈਨੂੰ ਲੱਗਦਾ ਕਿ ਬੱਚਾ ਹੋਏ ਦੀਆਂ ਵਧਾਈਆਂ ਦੇਣੀਆਂ ਹੀ ਚਾਹੀਦੀਆਂ ਨੇ ਜ਼ਰੂਰ ਹਨਾ। ਨਾ ਕਿ ਅਫਸੋਸ ਕਰਨਾ ਚਾਹੀਦਾ ਵੀ ਚੱਲ ਰੱਬ ਗਾਂ ਨੂੰ ਸੁਣ ਲੂਗਾ। ਹਾਂ ਫਿਰ ਗਾਂ ਨੂੰ ਰੱਬ ਜੀ ਦਊ, ਜਿਵੇਂ ਇਸ ਵਾਰ ਤਾਂ ਰੱਬ ਨੇ ਪਤਾ ਨਹੀਂ ਕਿ ਤੂਫਾਨ ਸਿੱਟਤਾ ਹਨਾ। ਕਈ ਹਾਂ ਦੇਖ ਲਓ ਵੀ ਬਹੁਤ ਸਾਰੀਆਂ ਮਤਲਬ ਸ਼ਬਦ ਇੱਦਾਂ ਦੇ ਨੇ, ਜਦੋਂ ਬੱਚੇ ਦਾ ਜਨਮ ਹੁੰਦਾ ਉਦੋਂ ਵੀ ਚੱਲ ਵਧੀਆ ਚੀਜ਼ ਦੇਤੀ, ਰੱਬ ਜੀ ਦੇ ਦਿੰਦਾ ਹਨਾ, ਉਦੋਂ ਬੜਾ ਗੁੱਸਾ ਆਉਂਦਾ ਹੁੰਦਾ ਵਾ। ਤਾਂ ਵੈਸੇ ਮੈਂ ਤੁਹਾਡੀ ਗੱਲ ਕੱਟ ਰਹੀ ਹਾਂ, ਗੱਲ ਤਾਂ ਹਾਸੇ ਵਾਲੀ ਆ। ਆਪਣੀਆਂ ਪਿੰਡਾਂ ਵਾਲੀਆਂ ਜਿਹੜੀਆਂ ਲੇਡੀਜ਼ ਹੁੰਦੀਆਂ ਨੇ, ਉਹ ਤਾਂ ਕੁੜੀ ਦਾ ਇੱਥੋਂ ਪਿੱਛੋਂ ਸਿਰ ਵੇਖਣ ਲੱਗ ਜਾਂਦੀਆਂ ਵੀ ਦੇਖੀਏ ਤੇ ਪੱਗ ਬਣੀ ਹੋਈ ਹਨਾ, ਵੀ ਵੀਰਾ ਲੈ ਕੇ ਆਊ, ਵੀਰਾ ਲੈ ਕੇ ਆਊਗੀ। ਕਈ ਕੁੜੀਆਂ ਨਹੀਂ, ਆਪਾਂ ਆਪਣੇ ਪਿੰਡਾਂ 'ਚ ਆਪਣੀਆਂ ਸਹੇਲੀਆਂ ਦੇਖਦੇ ਹਾਂ ਜਿਨ੍ਹਾਂ ਦੇ ਜਿਵੇਂ 2 ਜਾਂ 3 ਕੁੜੀਆਂ ਤੋਂ ਬਾਅਦ ਭਰਾ ਹੋ ਜਾਂਦਾ, ਕਹਿਣਗੇ ਇਹ ਵੀਰਾ ਲੈ ਕੇ ਆਈ ਸੀ, ਲੈ ਉਹ ਦੱਸ ਕਿਹੜੀ ਚਿੱਠੀ ਪਾ ਕੇ ਲੈ ਕੇ ਆਈ। ਹਾਂ ਸਹੀ ਗੱਲ। ਜਾਂ ਜੇ ਮੁੰਡਾ ਹੋ ਜਾਵੇ ਤਾਂ ਉਹਦੇ ਨਾ ਸਿਰ ਦੇ ਪਿੱਛੇ ਦੇਖਣਗੇ ਵੀ ਇਹਦੇ ਭਮੀਰੀ ਜੀ ਬਣਦੀ ਪਤਾ ਨਹੀਂ, ਮਤਲਬ ਆਪਣੀ ਲੌਜਿਕ ਲੱਭੇ ਹੋਏ ਨੇਗੇ ਵੀ ਜੇ ਪਤਾ ਨਹੀਂ ਬਣਦੀ ਆ ਤਾਂ ਗਾਂ ਨੂੰ ਭੈਣ ਆਊ ਇਹਦੇ, ਜਾਂ ਨਹੀਂ ਬਣਦੀ ਤਾਂ ਖਨੀ ਭਰਾ ਆਊ, ਕੁਛ ਐਵੇਂ ਦੇ ਲੌਜਿਕ ਬਹੁਤੀਆਂ ਮੈਨੂੰ ਲੱਗਦਾ ਨਿਆਣੀਆਂ ਨੇ ਵਿਚਾਰੀਆਂ ਨੇ ਤਾਂ ਇਸ ਲਈ ਕਟਾਪਾ ਕਰਵਾਇਆ ਹੋਇਆ ਘਰਦਿਆਂ ਤੋਂ ਵੀ। ਜਦੋਂ ਘਰ ਦੇ ਪੁੱਛਦੇ ਹੁੰਦੇ ਸੀ ਵੀ ਕੋਠੇ ਤੇ ਕੀ ਆ, ਚਿੜੀ ਆ ਕੱਕਾ, ਮੇਰੇ ਵਰਗੇ ਦੇ ਮੂੰਹ ਚੋਂ ਭਲੇਖੇ ਨਾਲ ਚਿੜੀ ਨਿਕਲ। ਨਾਲੇ ਜੇ ਭੈਣੇ ਵੀ ਸਿਰ ਦੀਆਂ ਭਮੀਰੀਆਂ ਜਾਂ ਕਾਂ ਚਿੜੀ ਹੈ ਨਾ ਬੱਚੇ ਦੇਣ ਲੱਗੇ ਹੁੰਦੇ, ਤਾਂ ਮੈਨੂੰ ਲੱਗਦਾ ਹੁਣ ਨੂੰ ਜਿਹੜੇ ਉਹ ਜੋੜੇ ਨੇ ਜਿਨ੍ਹਾਂ ਦੇ ਔਲਾਦ ਨਹੀਂ ਹੈਗੀ ਤਾਂ ਸ਼ਾਇਦ ਉਹਨਾਂ ਦੇ ਵੀ ਹੋਣੀ ਸੀਗੀ ਹਨਾ। ਤਾਂ ਇਹ ਤਾਂ ਵਾਹਿਗੁਰੂ ਦੀ ਪਰਮਾਤਮਾ ਦੀ ਰਜ਼ਾ ਹੁੰਦੀ ਆ ਵੀ ਕਿਸੇ ਨੂੰ ਕਿੰਨਾ ਕੁ ਦੇਣਾ ਹਨਾ, ਤੇ ਜਾਂ ਕਿਸ ਰੂਪ ਦੇ ਵਿੱਚ ਦੇਣਾ ਆ। ਤਾਂ ਮੈਂ ਤਾਂ ਇਹੀ ਕਹੂੰਗੀ ਵੀ ਭਾਈ ਬੱਚੇ ਦਾ ਜਨਮ ਆ, ਉਹਨੂੰ ਇਹੀ ਕਹਿ ਕੇ ਵੈਲਕਮ ਕਰੋ, ਇਹੀ ਕਹਿ ਕੇ ਉਹਦੇ ਮਾਂ-ਬਾਪ ਨੂੰ ਵੀ ਵਧਾਈ ਦਿਓ ਵੀ ਤੁਹਾਨੂੰ ਵਧਾਈਆਂ, ਤੁਸੀਂ ਦੂਹਰੀ ਵਾਰ ਮਾਂ ਪਿਓ ਬਣੇ ਹੋ ਤੇ ਇੱਕ ਤੰਦਰੁਸਤ ਬੱਚੇ ਦਾ ਜਨਮ ਹੋਇਆ। ਤਾਂ ਇਹ ਤੁਹਾਡੇ ਲਈ ਚਾਹੇ ਭਾਗਾਂ ਵਾਲਾ ਹੋਵੇ ਹਨਾ। ਮੈਨੂੰ ਲੱਗਦਾ ਸਾਡਾ ਰੋਲ ਇੰਨਾ ਕੀ ਹੋਣਾ ਚਾਹੀਦਾ ਹਨਾ। ਸਹੀ ਗੱਲ, ਬਿਲਕੁਲ। ਤੇ ਚੱਲੀਏ ਫਿਰ ਹੁਣ ਆਪਾਂ, ਤੁਹਾਨੂੰ ਮਾਣ ਆ ਵੈਸੇ ਆਪਦੀ ਕੁੜੀ ਹੋਣ ਤੇ? ਮੈਨੂੰ ਤਾਂ ਬਹੁਤ ਆ ਗੁਰਦੀਪ। ਮੈਨੂੰ ਇਹ ਲੱਗਦਾ ਵੀ ਸ਼ਾਇਦ ਚਲੋ ਮੁੰਡੇ ਵੀ ਹੁੰਦੇ ਹੋਣਗੇ, ਮੈਨੂੰ ਇਹ ਲੱਗਦਾ ਹੁੰਦਾ ਵੀ ਆਪਾਂ ਨੂੰ ਦੇਖੋ ਕਿੰਨੀ ਕੁਦਰਤ ਨੇ ਇੱਕ ਚੀਜ਼ ਬਖਸ਼ੀ ਆ ਵੀ ਆਪਾਂ 2 ਘਰਾਂ ਦਾ ਆਨੰਦ ਲੈਣਾ ਨਾ। ਅੱਜ ਵੀ ਜਦੋਂ ਆਪਾਂ ਪੇਕੇ ਜਾਂਦੇ ਆ, ਇਹ ਤਾਂ ਨਹੀਂ ਕਦੀ ਕਹਿੰਦੇ ਵੀ ਹਾਏ ਇਹ ਤੁਹਾਡਾ ਘਰ, ਆਪਾਂ ਨੂੰ ਇਹ ਹੁੰਦਾ ਵੀ ਇਹ ਹਾਲੇ ਵੀ ਸਾਡਾ ਘਰ ਹੈ ਨਾ। ਸਹੁਰੇ ਆ ਕੇ ਵੀ ਆਈ ਹੁੰਦਾ ਵੀ ਇਹ ਸਾਡਾ ਘਰ ਆ। ਦੂਜੀ ਗੱਲ, ਜਿਵੇਂ ਮੈਂ ਹੁਣ ਗੁਰਨੂਰ ਮੈਨੂੰ ਮੇਰੇ ਹਾਣ ਦੀ ਉਹ ਲੱਗਦੀ ਹੈ ਕਿਉਂਕਿ ਉਹ ਮੇਰੇ ਤੋਂ ਵੀ ਲੰਮੀ ਆ ਹਨਾ। ਤਾਂ ਅਸੀਂ ਦੋਵੇਂ ਜਦੋਂ ਗੱਲਾਂ ਕਰਦੇ ਹਾਂ, ਮੈਨੂੰ ਸੱਚੀ ਲੱਗਦਾ ਹੁੰਦਾ ਵੀ ਹਾਈ ਘਰ 'ਚ ਇੱਕ ਮਤਲਬ ਤੁਹਾਡੇ ਵਰਗਾ ਜੀ ਹੋਣਾ ਕਿੰਨੀ ਜ਼ਰੂਰੀ ਚੀਜ਼ ਆ ਹਨਾ। ਕਈ ਵਾਰੀ ਤੁਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਆਪਣੀ
ਜਦੋਂ ਮੇਰੀ ਉਮਰ ਸੀ ਮੈਂ ਸੋਚਦੀ ਨੇ ਵੀ ਜਦੋਂ ਮੇਰੀ ਉਮਰ ਸੀ ਗੁਰਨੂਰ ਵਰਗੀ ਤਾਂ ਮੈਂ ਐਂ ਸੋਚਦੀ ਹੁੰਦੀ ਸੀ, ਫਿਰ ਮੈਂ ਉਹਨੂੰ ਉਹ ਚੀਜ਼ਾਂ ਦੱਸਦੀ ਹਾਂ, ਹੈ ਨਾ। ਤੇ ਇਹ ਕਿੱਡੀ ਵਧੀਆ ਗੱਲ ਆ। ਹੁਣ ਮੁੰਡੇ ਦੇ ਐਂਗਲ ਤੋਂ ਮੈਂ ਕਿਤੇ ਸੋਚ ਸਕਦੀ ਹਾਂ, ਮਹਿਤਾਬ ਸ਼ਾਇਦ ਆਪਣੇ ਪਾਪਾ ਤੋਂ ਹੀ ਸਿੱਖੂਗਾ ਉਹ ਚੀਜ਼ਾਂ, ਹੈ ਨਾ। ਉਹ ਮੇਰੀ ਲੋੜ ਕਦੀ ਨਹੀਂ ਮਹਿਸੂਸ ਕਰੂ, ਪਰ ਗੁਰਨੂਰ ਛੋਟੀਆਂ ਛੋਟੀਆਂ ਚੀਜ਼ਾਂ 'ਚ ਵੀ ਮੇਰੀ ਲੋੜ ਮਹਿਸੂਸ ਕਰੂ। ਤਾਂ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਮੇਰੇ ਧੀ ਆ ਤਾਂ ਮੈਨੂੰ ਤਾਂ ਉਹਦੀ ਵੀ ਬਹੁਤ ਜ਼ਿਆਦਾ ਖੁਸ਼ੀ ਆ ਨਾ। ਲੋਕਾਂ ਨੂੰ ਚਾਹੇ ਕਿਸੇ ਨੂੰ ਹੋਵੇ ਜਾਂ ਨਾ ਹੋਵੇ। ਅਤੇ ਮੇਰੀਆਂ ਬਹੁਤ ਸਾਰੀਆਂ ਭੈਣਾਂ ਨੇ, ਅਸੀਂ ਇੱਕ ਘਰ 'ਚ 6-7 ਕੁੜੀਆਂ ਸੀਗੀਆਂ, ਮੈਨੂੰ ਉਹਦੀ ਵੀ ਬਹੁਤ ਖੁਸ਼ੀ ਆ ਨਾ। ਮੈਨੂੰ ਤਾਂ ਬਹੁਤ ਮਾਣ ਹੈ ਭੈਣੇ, ਤੇਰੇ ਤੇ ਵੀ ਤੇ ਮੇਰੇ ਤੇ ਵੀ। ਸੋ ਬਹੁਤ ਮਿਹਰਬਾਨੀ। ਤੁਹਾਡੇ ਇਸ ਬਾਰੇ ਕੀ ਵਿਚਾਰ ਨੇ, ਤੁਸੀਂ ਵੀ ਜ਼ਰੂਰ ਸਾਂਝੇ ਕਰਿਓ, ਕਿਉਂਕਿ ਜੋ ਅਸੀਂ ਗੱਲਾਂ ਕੀਤੀਆਂ ਉਹ ਤੁਹਾਡੇ ਚੋਂ ਹੀ ਮਤਲਬ ਦੇਖ ਕੇ ਜਾਂ ਸੁਣ ਕੇ ਕੀਤੀਆਂ ਨੇ। ਬਾਕੀ ਤੁਸੀਂ ਵੀ ਆਪਣੀ ਰਾਏ ਜ਼ਰੂਰ ਰੱਖਿਓ। ਵੀ ਸੋਸ਼ਲ ਨੂੰ ਇਸੇ ਤਰ੍ਹਾਂ ਹੀ ਵੇਖਦੇ ਰਹੋ, ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦਿਓ। ਤੇ ਮੈਨੂੰ ਗੁਰਦੀਪ ਗਰੇਵਾਲ ਨੂੰ, ਭੈਣ ਰੁਪਿੰਦਰ ਸੰਧੂ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ। ਸਤਿ ਸ਼੍ਰੀ ਅਕਾਲ।